रुख करते हैं इस समय साडे नाल सिकंदर सिंह मलूका जी जुड़ रहे हैं श्रोमणी अकाली दल के सीनियर आगू ने साबका कैबिनेट मंत्री ने। मलूका साहब बहुत बहुत स्वागत है। तुहाडा फर्स्ट स्टेटमेंट चाहूंगा जिस तरीके नाल इकबाल सिंह लालपुरा होरां दे वल्लों स्टेटमेंट्स दित्तियां गईयां ने। गौरव जी ਤੁਹਾਡਾ ਧੰਨਵਾਦ। ਤੁਸੀਂ ਚਲੋ ਆਪਾਂ ਟੈਲੀਫੋਨ ਤੇ ਆਏ ਆ ਤੁਹਾਡੇ ਰਾਹੀਂ ਮੀਡੀਆ ਤੇ ਮੈਂ ਸੁਣ ਰਿਹਾ ਸੀ ਲਾਲਪੁਰੇ ਜੀ ਦੀਆਂ ਗੱਲਾਂ ਜੀ। ਵੈਸੇ ਬੜੀ ਇੱਕ ਹਾਸੋਹੀਣੀ ਪੋਜੀਸ਼ਨ ਹੈ। ਇੱਕ ਸੰਵਿਧਾਨਕ ਉਹਦੇ ਤੇ ਬੈਠਾ ਇਨਸਾਨ ਜਿਹੜਾ ਕਿ ਘੱਟ ਗਿਣਤੀਆਂ ਦੀ ਰਾਖੀ ਵਾਸਤੇ ਬੈਠਾ ਹੈ। ਸਰਕਾਰ ਲਾਉਂਦੀ ਹੈ ਕਿਸੇ ਨਾ ਕਿਸੇ ਨੂੰ, ਮੈਂ ਸਤਿਕਾਰ ਕਰਦਾ ਉਸ ਅਹੁਦੇ ਦਾ, ਤੇ ਉਹ ਬੰਦਾ ਪਾਰਟੀ ਪੋਲਿਟਿਕਸ ਦੀਆਂ ਗੱਲਾਂ ਕਰਦਾ ਵੀ ਹੋਏਗਾ ਨਹੀਂ ਹੋਏਗਾ। ਬੜਾ ਕਈ ਵਾਰੀ ਬੰਦੇ ਨਾ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦੇ ਨੇ। ਜਿਹੜਾ ਸਮਝੌਤਾ ਹੋਣਾ ਨਹੀਂ ਹੋਣਾ ਇਹ ਮਰਜ਼ੀ ਹੈ, ਦੋਨਾਂ ਪਾਰਟੀਆਂ ਦੀ ਮਰਜ਼ੀ ਬਿਨਾਂ ਨਹੀਂ ਹੋਏਗਾ। ਜੇ ਅਕਾਲੀ ਦਲ ਨਹੀਂ ਚਾਹੇਗਾ ਤਾਂ ਨਹੀਂ ਹੋਏਗਾ, ਜੇ ਬੀਜੇਪੀ ਨਹੀਂ ਚਾਹੇਗੀ ਤਾਂ ਨਹੀਂ ਹੋਏਗਾ, ਜੇ ਦੋਨੇ ਚਾਹਣਗੇ ਤਾਂ ਹੋਏਗਾ, ਜਿਵੇਂ ਪਹਿਲਾਂ ਚੱਲਦਾ ਸੀ। ਸੋ ਹਲੇ ਸਮਝੌਤੇ ਦੀ ਕੋਈ ਗੱਲ ਗੁੱਲਾ ਨਹੀਂ ਹੈ ਨਹੀਂ, ਕਿਉਂਕਿ ਨਾ ਹਲੇ ਕੋਈ ਇਲੈਕਸ਼ਨ ਪਾਰਲੀਮੈਂਟ 'ਚ ਵੀ 1.5 ਸਾਲ ਪਿਆ ਹੈ। ਤੇ ਸਮਝੌਤਾ ਸਾਡਾ ਕਿਸਾਨੀ ਮਸਲੇ ਤੇ ਵੱਖ ਹੋਏ ਸੀ ਅਸੀਂ ਉਸ ਵੇਲੇ, ਜਦੋਂ ਸਾਡੀ ਭਾਰਤੀ ਜਨਤਾ ਪਾਰਟੀ ਨੇ ਨਹੀਂ ਸੀ ਮੰਨੀ ਗੱਲ ਕਿਸਾਨੀ ਦੀ। ਗੱਲ ਉਹੀ ਮੰਨਣੀ ਪਈ ਜਿਹੜੀ ਅਸੀਂ ਕਹਿੰਦੇ ਸੀ। ਜੋ ਪਹਿਲਾਂ ਸਾਡੀ ਗੱਲ ਮੰਨ ਲੈਂਦੇ, ਨਾ ਸਮਝੌਤਾ ਟੁੱਟਦਾ ਨਾ ਕਿਰਕਰੀ ਹੁੰਦੀ, ਨਾ ਪ੍ਰਧਾਨ ਜੀ ਨੂੰ ਪਹਿਲੀ ਵਾਰ ਝੁਕਣਾ ਪਿਆ, ਪ੍ਰਧਾਨ ਜੀ ਨੂੰ ਝੁਕਣਾ ਪੈਂਦਾ। ਦੂਜੀ ਗੱਲ, ਸਮਝੌਤਾ ਜਿਹੜਾ ਹੋਣਾ ਨਾ ਗੌਰਵ ਜੀ ਉਹ ਇਹਨਾਂ ਨੂੰ ਪੁੱਛ ਕੇ ਨਹੀਂ ਹੋਣਾ। ਸਮਝੌਤਾ ਕਰਨਾ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਜੀ, ਸਮਝੌਤਾ ਕਰਨਾ ਅਮਿਤ ਸ਼ਾਹ ਜੀ ਨੇ। ਦੋ ਬੰਦਿਆਂ ਕੋਲ ਸ਼ਕਤੀ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਜੇ ਉਹਨਾਂ ਦਾ ਮਨ ਬਣ ਗਿਆ ਤਾਂ 2 ਮਿੰਟ ਲਾ ਕੇ ਕਰ ਲੈਣਗੇ ਉਹ। ਜੇ ਉਹਨਾਂ ਦਾ ਮਨ ਨਾ ਬਣਿਆ ਤਾਂ ਭਾਵੇਂ ਸਾਰੇ ਇਹ ਜ਼ੋਰ ਲਾਈ ਜਾਣ, ਨਹੀਂ ਹੋਏਗਾ। ਸਮਝੌਤਾ ਹੋਣਾ ਇਹਨਾਂ ਦੀ ਹਾਈ ਕਮਾਂਡ ਨੇ ਕਰਨਾ। ਜਦੋਂ ਉਹਨਾਂ ਨੇ ਕਰਨਾ, ਜਦੋਂ ਕਿਸਾਨਾਂ ਦੇ ਬਿੱਲ ਮਾਫ ਲਏ ਹੈ, ਭਾਰਤੀ ਜਨਤਾ ਪਾਰਟੀ ਪੰਜਾਬ ਤਾਂ ਕਹਿ ਰਹੀ ਸੀ ਬਿੱਲ ਮਾਫ ਹੋਣਗੇ ਨਹੀਂ, ਵਾਪਸ ਨਹੀਂ ਹੋਣਗੇ। ਸ਼ਾਮ ਨੂੰ ਬਿਆਨ ਆ ਦੇ ਰਹੇ ਸੀ ਤਾਂ ਕਦੇ ਵੀ ਬਿੱਲ ਨਹੀਂ ਵਾਪਸ ਹੋਣਗੇ, ਤੇ ਤੜਕੇ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਬਿੱਲ ਵਾਪਸ ਲੈ ਲਿਆ ਸੀ। ਸੋ ਇਸ ਕਰਕੇ मैं स्पेसिफिकली मलूका साहब उस स्टेटमेंट ਦੇ ਉੱਤੇ ਤੁਹਾਡਾ ਬਿਆਨ ਜ਼ਰੂਰ ਚਾਹਾਂਗਾ ਜਿਸ ਦੇ ਵਿੱਚ ਜ਼ਿਕਰ ਸੀ ਕਿ ਜਿਹੜੇ ਭਾਈਚਾਰਕ ਸਾਂਝ ਦੇ ਖਿਲਾਫ ਕੰਮ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਨਹੀਂ ਜਾ ਸਕਦੇ। ਮਤਲਬ 2015 ਦੀ ਬੇਅਦਬੀ ਦਾ ਜ਼ਿਕਰ ਉਹਨਾਂ ਨੇ ਕੀਤਾ। ਤੁਸੀਂ ਕਹੋਗੇ ਤਾਂ ਮੈਂ ਦੁਬਾਰਾ ਬਿਆਨ ਸੁਣਵਾ ਦੇਵਾਂਗਾ। ਉਹਨਾਂ ਨੇ ਜ਼ਿਕਰ ਕੀਤਾ 2015 ਦਾ ਤੇ ਕਿਹਾ ਕਿ ਜਿਨ੍ਹਾਂ ਨੇ ਘਾਣ ਕੀਤਾ ਤੁਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਰਹੇ, ਇਸ ਕਰਕੇ ਅਸੀਂ ਤੁਹਾਡੇ ਨਾਲ ਨਹੀਂ ਜਾ ਸਕਦੇ। ਮਤਲਬ ਅਕਾਲੀ ਦਲ ਬਾਦਲ ਪਰਿਵਾਰ ਨਾਲ ਨਹੀਂ ਜਾ ਸਕਦੇ। ਤੁਸੀਂ ਵੇਖੋ, ਚਲੋ ਮੈਂ ਉਹਨਾਂ ਗੱਲਾਂ 'ਚ ਨਹੀਂ ਪੈਂਦਾ, ਬੜਾ ਲੰਬੀ ਸਟੋਰੀ ਆ ਜਾਣੀ, ਫਿਰ ਇੰਨਾ ਆਪਣੇ ਕੋਲ ਟਾਈਮ ਨਹੀਂ, ਤੁਸੀਂ ਮੈਨੂੰ ਇੰਨਾ ਟਾਈਮ ਨਹੀਂ ਦੇਣਾ ਇਹ ਸਾਰੀ ਗੱਲ ਦਾ ਜਵਾਬ ਦੇਣ ਦੀ ਖਾਤਰ। ਕਦੇ ਚਾਹੇ ਘੰਟਾ ਕਿਸੇ ਇਸੇ ਕੰਮ ਤੇ ਰੱਖ ਲਓ, ਲਾਲਪੁਰਾ ਜੀ ਨੂੰ ਵੀ ਲਿਆਓ, ਹੋਰ ਵੀ ਜਿਹਨੇ ਆਉਣਾ ਉਹ ਵੀ ਆ ਜੇ, ਤੇ ਆਪਾਂ ਸਾਰਾ ਖੁੱਲ ਕੇ ਵਿਚਾਰਾ ਕਰ ਲਾਂਗੇ ਕਿ ਕਿਹਨੇ ਘਾਣ ਕੀਤਾ, ਕਿਹਨੇ ਕੀ ਕੀਤਾ। ਸੋ ਸਾਨੂੰ ਚੰਗੀ ਗੱਲ ਹੈ ਜੇ ਬੀਜੇਪੀ ਇਹ ਸੋਚਦੀ ਹੈ ਸਿੱਖਾਂ ਨੂੰ ਤਕੜਾ ਕਰਨ ਦੀ ਖਾਤਰ ਜਾਂ ਧਰਮ ਨੂੰ, ਸਿੱਖ ਧਰਮ ਨੂੰ ਤਕੜਾ ਕਰਨ ਦੀ ਖਾਤਰ ਸੋਚਦੀ ਹੈ ਤਾਂ ਚੰਗੀ ਗੱਲ ਹੈ। ਪਰ ਇਹ ਗੱਲ ਮੈਨੂੰ ਲੱਗਦਾ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਆ, ਦਿਖਾਉਣ ਦੇ ਹੋਰ ਆ, ਉਹ ਗੱਲ ਅਸਲੀਅਤ ਨਹੀਂ ਹੈਗੀ ਹੈ। ਪਰ ਚਲੋ ਉਹਦੇ 'ਚ ਮੈਂ ਜਾਂਦਾ ਨਹੀਂ, ਉਹ ਗੱਲਾਂ ਦਾ ਵਿਸ਼ਾ ਨਹੀਂ ਹੈਗਾ ਇਸ ਗੱਲ ਦਾ। ਮੈਂ ਕਹਿੰਦਾ ਗੱਲ ਸਮਝੌਤੇ ਦੀ ਹੈਗੀ ਹੈ। ਸਮਝੌਤਾ ਤਾਂ ਜੇ ਅਕਾਲੀ ਦਲ ਨੂੰ ਅਮਰ ਪਸੰਦ ਕੌਣ ਪਾਰਟੀ ਹੈ, ਅਕਾਲੀ ਦਲ ਨੂੰ ਅਮਰ ਪਸੰਦ ਤਾਂ ਫਿਰ ਕੋਈ ਹੋ ਹੀ ਨਹੀਂ ਸਕਦੀ। ਜਿੰਨਾ ਅਕਾਲੀ ਦਲ ਨੇ ਵਧੀਆ ਕੰਮ ਕੀਤਾ ਹੈ। ਇੱਕ ਹੋਰ ਗੱਲ ਕਹਿੰਦੇ ਆ ਕਿ ਜੀ ਪੰਜਾਬ ਦੀ ਅਸੀਂ ਤਰੱਕੀ ਕਰਾਵਾਂਗੇ, ਪਹਿਲਾਂ ਤਰੱਕੀ ਨਹੀਂ ਹੋਈ। ਵੈਸੇ ਤਾਂ ਇਹਨਾਂ ਨੂੰ ਗੱਲ ਸਾਡੇ ਨਾਲ ਭਾਈਵਾਲ ਰਹੇ ਆ, ਰਲ ਕੇ ਅਸੀਂ ਬਹੁਤ ਤਰੱਕੀ ਕਰਾਈ ਹੈ ਪੰਜਾਬ ਦੀ, ਇਹ ਗੱਲ ਇਹਨਾਂ ਨੇ ਬਹੁਤ ਸੱਜਦੀ ਨਹੀਂ। ਦੂਜੀ ਗੱਲ, ਮੈਨੂੰ ਬੜਾ ਦੁੱਖ ਹੋਇਆ, ਗੁਜਰਾਤ ਸੂਬਾ ਮੈਂ ਗਿਣਦਾ ਸੀ ਕਿ ਇਸ ਵੇਲੇ ਸਭ ਤੋਂ ਬੈਟਰ ਸੂਬਾ ਹੈ, ਸਭ ਤੋਂ ਜ਼ਿਆਦਾ ਤਰੱਕੀ ਵਾਲਾ ਸੂਬਾ ਹੈ, ਸਭ ਤੋਂ ਜ਼ਿਆਦਾ ਸਹੂਲਤਾਂ ਵਾਲਾ ਸੂਬਾ ਹੈ। ਮੈਂ ਗਿਣਦਾ ਸੀ ਆਪਦੇ ਮਨ ਦੇ ਵਿੱਚ, ਕਿਉਂਕਿ ਪ੍ਰਾਈਮ ਮਿਨਿਸਟਰ ਜੀ ਉੱਥੇ ਰਹੇ ਨੇ 12 ਸਾਲ, ਮੁੱਖ ਮੰਤਰੀ ਰਹੇ ਨੇ, ਤੇ ਹੁਣ 8 ਸਾਲ ਪ੍ਰਧਾਨ ਮੰਤਰੀ ਨੇ। ਜਿੰਨਾ ਗੁਜਰਾਤ ਨੂੰ ਦਿੱਤਾ ਹੈ, 50% ਇੰਡਸਟਰੀ ਸਾਰੇ ਦੇਸ਼ ਦੀ ਗੁਜਰਾਤ ਦੇ ਵਿੱਚ ਹੈ। ਬਹੁਤ ਵੱਡਾ ਟੈਕਸ ਆਉਂਦਾ ਸੂਬੇ ਨੂੰ ਉੱਥੋਂ, ਤੇ ਹੋਰ ਵੀ ਸਾਰੀਆਂ ਸਹੂਲਤਾਂ ਗੁਜਰਾਤ 'ਚ ਹੀ ਜਾਂਦੀਆਂ ਨੇ। ਤੇ ਜੇ ਮੈਂ ਪਿੱਛੇ ਆ ਵੇਖਿਆ, ਮੈਂ ਵੀਡੀਓ ਤੇ ਤੁਹਾਡੀਆਂ ਤੇ ਵੇਖ ਰਿਹਾ ਸੀ ਨੈਸ਼ਨਲ ਟੀਵੀ ਦੀਆਂ ਉੱਤੇ, ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਹੈ ਨਹੀਂ। ਪਾਣੀ ਲੋਕੀ ਤੁਰ ਕੇ ਲਿਆਉਂਦੇ, ਦੂਰੋਂ ਦੂਰੋਂ ਖੂਹ ਪੱਟੇ ਵੇ, ਉੱਥੋਂ ਲਿਆਉਂਦੇ ਜਾ ਕੇ। ਤੇ ਫਿਰ ਮੈਂ ਪੁੱਛਿਆ ਵੀ ਖੂਹ ਸਰਕਾਰ ਨੇ ਪੱਟੇ ਆ? ਕਹਿੰਦੇ ਨਹੀਂ ਜੀ ਅਸੀਂ ਆਪਦੇ ਪੈਸਿਆਂ ਨਾਲ ਪੱਟੇ ਆ, ਲੇਬਰ ਕਰਕੇ ਨਰੇਗਾ 'ਚ। ਇਹ ਹਾਲਤ ਹੈ ਜੇ ਗੁਜਰਾਤ ਦੀ, ਤੇ ਮੁਕਾਬਲਾ ਫਿਰ ਪੰਜਾਬ ਨਾਲ ਕਰਦੇ ਨੇ। ਫਿਰ ਕਿਹੜੇ ਤਰੱਕੀਆਂ ਦੀ ਗੱਲ ਕਰਦੇ ਜੇ ਗੁਜਰਾਤ ਸੂਬੇ ਦੀ ਇਹ ਹਾਲਤ ਹੈ, ਜਿਹੜਾ ਇਹਨਾਂ ਦਾ ਪ੍ਰਾਈਮ ਮਿਨਿਸਟਰ ਦਾ ਘਰ ਸੂਬਾ ਹੈ, ਤੇ ਫਿਰ ਬਾਕੀ ਪੰਜਾਬ 'ਚ ਦੱਸੋ ਕਿਤੇ ਇਹੋ ਜਿਹੀ ਸਥਿਤੀ, ਪੰਜਾਬ 'ਚ ਇਹੋ ਜਿਹੀ ਸਥਿਤੀ ਇੱਕ ਥਾਂ ਵੀ ਦੱਸੋ। ਖੇਤ ਨੂੰ ਅਸੀਂ ਪੱਕੇ ਰਸਤੇ ਕਰਤੇ, ਪਿੰਡ ਘਰ ਘਰ ਪਾਣੀ ਪਹੁੰਚਾਤਾ, ਘਰ ਘਰ ਟੂਟੀ ਲੱਗੀ ਆ, ਨਲਕਾ ਲੱਗਿਆ। ਇਹ ਫਿਰ ਪੰਜਾਬ, ਗੁਜਰਾਤ ਤਾਂ ਫਿਰ ਸਾਡੇ ਮੁਕਾਬਲੇ ਕਿਤੇ ਨੇੜੇ ਤੇੜੇ ਵੀ ਹੈ ਨਹੀਂ, ਤੇ ਫਿਰ ਕਿਹੜੀ ਤਰੱਕੀ ਦੀ ਗੱਲ ਕਰਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ। ਚਲੋ ਆਪਾਂ ਜਵਾਬ ਲੈ ਲੈਣੇ ਆ, ਤੁਸੀਂ ਪਲੀਜ਼ ਸਾਡੇ ਨਾਲ ਰਹੋ, ਆਪਾਂ ਗੱਲਬਾਤ ਨੂੰ ਥੋੜਾ ਜਿਹਾ ਹੋਰ ਜਿਹੜੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਦਰਸ਼ਕਾਂ ਤੱਕ ਵੀ ਗੱਲ ਪਹੁੰਚ ਸਕੇ। ਮਲੂਕਾ ਸਾਹਿਬ ਸਾਡੇ ਨਾਲ ਰਹੋ। ਸਾਡੇ ਨਾਲ ਹਰਜੀਤ ਗਰੇਵਾਲ ਜੀ ਜੁੜ ਰਹੇ ਨੇ, ਬੀਜੇਪੀ ਦੇ ਆਗੂ ਨੇ।
ਗਰੇਵਾਲ ਸਾਹਿਬ, ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਕਿ ਇਕਬਾਲ ਸਿੰਘ ਲਾਲਪੁਰਾ ਦੀਆਂ ਸਟੇਟਮੈਂਟਸ ਦੇ ਨਾਲ ਕੀ ਬੀਜੇਪੀ ਇਤਫਾਕ ਰੱਖਦੀ ਹੈ ਕਿ ਉਹਨਾਂ ਦੀਆਂ ਸਟੇਟਮੈਂਟਸ ਨੂੰ ਸਮਝਿਆ ਜਾਵੇ ਕਿ ਬੀਜੇਪੀ ਦੀ ਹੀ ਸਟੇਟਮੈਂਟਸ ਨੇ? ਲਾਲਪੁਰਾ ਜੀ ਇਸ ਟਾਈਮ ਨਾ ਖਾਲੀ ਨੈਸ਼ਨਲ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਨਹੀਂ ਹੈਗੇ, ਪਾਰਲੀਮੈਂਟਰੀ ਬੋਰਡ ਦੇ ਵੀ ਨੇ। ਉਹ ਸੈਂਟਰਲ ਪਾਰਲੀਮੈਂਟਰੀ ਬੋਰਡ ਜਿਹੜੀ ਹਾਈਐਸਟ ਬਾਡੀ ਆ ਬੀਜੇਪੀ ਦੀ, ਜਿਹੜੀ ਨੀਤੀ ਨਿਰਧਾਰਨ ਕਰਦੀ ਆ, ਉਸ ਦੇ ਮੈਂਬਰ ਨੇ ਜੀ। ਔਰ ਇਸੇ ਤਰ੍ਹਾਂ ਹੀ ਉਹ ਜਿਹੜੀ ਸੈਂਟਰਲ ਇਲੈਕਸ਼ਨ ਕਮੇਟੀ ਹੈ ਜਿਹੜੀ ਟਿਕਟਾਂ ਦਿੰਦੀ ਆ, ਤੇ ਉਸ ਦੇ ਵੀ ਉਹ ਸਨਮਾਨਿਤ ਮੈਂਬਰ ਨੇ ਜੀ। ਇਸ ਕਰਕੇ ਉਹ ਕੋਈ ਗੱਲ ਬੋਲਦੇ ਆ ਤਾਂ ਉਸ ਦੇ ਬਾਰੇ ਉਹੀ ਜਵਾਬ ਦੇ ਆ ਤੇ ਉਹਦੇ ਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। ਠੀਕ ਹੈ। ਦੂਸਰੀ ਗੱਲ ਉਹ ਜੀ ਗਰੇਵਾਲ ਸਾਹਿਬ, ਮੈਂ ਸਵਾਲ ਵਿੱਚ ਪੁੱਟ ਕਰ ਦਵਾਂ, ਤੁਸੀਂ ਇਕੱਠੇ ਜਵਾਬ ਦੇ ਦਿਓ। ਤਾਂ ਕੀ ਪੰਜਾਬ ਬੀਜੇਪੀ ਦੇ ਆਗੂ ਹੋਣ ਦੇ ਨਾਤੇ ਤੁਹਾਨੂੰ ਵੀ ਲੱਗਦਾ ਹੈ ਕਿ ਅਕਾਲੀ ਦਲ, ਜੋ ਲਾਲਪੁਰਾ ਜੀ ਕਹਿ ਰਹੇ ਨੇ, ਉਹਨਾਂ ਨੇ ਕਿਹਾ ਕਿ ਜਿਹੜੀਆਂ ਜਮਾਤਾਂ ਭਾਈਚਾਰਕ ਸਾਂਝ ਦੇ ਖਿਲਾਫ ਨੇ ਅਸੀਂ ਉਹਨਾਂ ਦੇ ਨਾਲ ਨਹੀਂ ਜਾ ਸਕਦੇ, ਤੁਸੀਂ ਵੀ ਅਕਾਲੀ ਦਲ ਨੂੰ ਉਸ ਥਾਂ ਦੇ ਉੱਤੇ ਦੇਖ ਰਹੇ ਹੋ? ਦੇਖੋ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਇੱਕ ਗੱਲ ਜ਼ਰੂਰ ਕਹੂੰਗਾ ਕਿ ਇਹ ਬੇਸਿਕਲੀ ਦੇਸ਼ ਭਗਤ ਪਾਰਟੀ ਹੈ ਔਰ ਸੰਘਰਸ਼ਾਂ ਚੋਂ ਨਿਕਲੀ ਹੋਈ ਹੈ, ਪਰ ਸਮੇਂ ਦੇ ਨਾਲ ਕੁਝ ਐਸਾ ਹੋਇਆ ਕਿ ਕੁਝ ਪਰਿਵਾਰ ਇਹਦੇ ਚ ਆ ਗਏ, ਉਸ ਦੀ ਵਜ੍ਹਾ ਕਰਕੇ ਕਾਫੀ ਨੁਕਸਾਨ ਹੋਇਆ ਜੀ। ਤੇ ਅਕਾਲੀ ਦਲ ਦਾ ਵਕਤੀ ਨੁਕਸਾਨ ਹੈ ਔਰ ਮੈਂ ਐਸੀ ਕੋਈ ਗੱਲ ਵੀ ਨਹੀਂ ਟਿੱਪਣੀ ਕਰਨੀ ਚਾਹੁੰਦਾ ਕਿ ਜਿਹਦੇ ਨਾਲ ਮਲੂਕਾ ਸਾਹਿਬ ਵੀ ਸਾਡੇ ਬੜੇ ਭਰਾ ਨੇ, ਉਹਨਾਂ ਦਾ ਦਿਲ ਦੁਖੇ। ਠੀਕ ਹੈ ਨਾ ਗੱਲ। ਔਰ ਦੂਸਰੀ ਗੱਲ ਜਿਹੜੀ ਆ, ਜਿਹੜਾ ਲਾਲਪੁਰਾ ਜੀ ਗੱਲ ਬੋਲ ਰਹੇ ਆ, ਉਸ ਪੋਜੀਸ਼ਨ ਤੇ ਬੈਠ ਕੇ ਕੋਈ ਵਿਅਕਤੀ ਇੰਨਾ ਇਰਰਿਸਪੌਂਸਿਬਲ ਨਹੀਂ ਹੋ ਸਕਦਾ ਬੀਜੇਪੀ ਦੇ ਅੰਦਰ, ਘੱਟੋ ਘੱਟ ਉਹ ਜਿਹੜੀ ਗੱਲ ਪਾਰਟੀ ਦੀ ਰਾਏ ਹੋਏਗੀ ਉਹੀ ਬੋਲੇਗਾ, ਉਸ ਤੋਂ ਬਿਨਾਂ ਨਹੀਂ ਬੋਲੇਗਾ। ਠੀਕ ਹੈ ਨਾ ਗੱਲ। ਤੇ ਉਹਦੇ ਬਾਰੇ ਉਹੀ ਜਵਾਬ ਦੇ ਸਕਦੇ ਆ। ਔਰ ਜਿੱਥੋਂ ਤੱਕ ਮੈਨੂੰ ਪਤਾ ਕਿ ਅਜੇ ਤੱਕ ਬੀਜੇਪੀ ਦਾ ਕਿਸੇ ਨਾਲ ਸਮਝੌਤਾ ਕਰਨ ਦਾ ਕੋਈ ਮਨ ਨਹੀਂ ਹੈ। ਪੰਜਾਬ 'ਚ ਇਕੱਲੇ ਚੱਲਣ ਦਾ ਮਨ ਹੈ ਜੀ। ਔਰ ਪੰਜਾਬ ਦੇ ਲਈ ਕੀ ਅੱਗੇ ਹਾਲਾਤ ਹੁੰਦੇ ਆ, ਰਾਜਨੀਤੀ ਹੈ। ਕਦੇ ਬੀਜੇਪੀ 2 ਸੀਟਾਂ ਤੇ ਸੀ, ਫਿਰ 200 ਤੇ ਹੋ ਗਈ, ਅੱਜ ਬਹੁਤ ਬੜੀ ਤਾਕਤ ਬਣ ਗਈ। ਤੇ ਇਸੇ ਤਰ੍ਹਾਂ ਪੰਜਾਬ 'ਚ ਵੀ ਮੈਂ ਹਰਿਆਣਾ 'ਚ 5.5 ਸਾਲ ਬੀਜੇਪੀ ਦਾ ਕੰਮ ਦੇਖਿਆ ਜੀ। ਉਸ ਵੇਲੇ ਸਾਡਾ ਉੱਥੇ ਕੁਝ ਨਹੀਂ ਹੁੰਦਾ ਸੀ ਔਰ ਅਸੀਂ ਲੋਕ ਦਲ ਤੇ ਸਹਾਰੇ ਤੇ ਹੁੰਦੇ ਸੀ, ਜੋ ਸੀਟਾਂ ਦੇ ਦੇਣ ਲੜ ਲਈਏ। ਅੱਜ ਬੀਜੇਪੀ ਦੂਸਰੀ ਵਾਰ ਸਰਕਾਰ ਬਣਾ ਰਹੀ ਹੈ ਉੱਥੇ। ਇਸੇ ਤਰ੍ਹਾਂ ਪੰਜਾਬ 'ਚ ਵੀ ਕੱਲ ਪਤਾ ਨਹੀਂ, ਜਿਹੜਾ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਹੈ ਮੈਂਬਰਸ਼ਿਪ ਦੀ ਸਟਰੈਂਥ ਦੇ ਹਿਸਾਬ ਨਾਲ, ਪੰਜਾਬ 'ਚ ਵੀ ਉਸ ਦੀ ਸੱਤਾ ਆਏਗੀ। ਲੋਕ ਉਹਨੂੰ ਲਿਆ ਸਕਦੇ ਆ, ਇਕੱਲੇ ਵੀ ਆ ਸਕਦੀ ਆ, ਕੋਈ ਜ਼ਰੂਰੀ ਨਹੀਂ ਸਾਨੂੰ ਕਿਸੇ ਦੇ ਸਾਰੇ ਦੀ। ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਸਮੇਂ ਦੇ ਨਾਲ ਹੋਣਾ ਚਾਹੀਦਾ। ਬਾਕੀ ਜਿਹੜੀ ਮਲੂਕਾ ਸਾਹਿਬ ਸਟੇਟਮੈਂਟ ਦਿੰਦੇ ਆ, ਇਹ ਉਹਨਾਂ ਦੀ ਸਟ੍ਰੈਟਜੀਕਲੀ ਵੀ ਕੋਈ ਸਟੇਟਮੈਂਟ ਹੋ ਸਕਦੀ ਆ। ਉਹਦਾ ਕਾਰਨ ਅੱਜ ਜਿੱਥੋਂ ਤੱਕ ਮੈਂ ਸਮਝਦਾ ਕਿ ਸਾਡੇ ਗ੍ਰਾਸ ਰੂਟ ਲੈਵਲ ਦੇ ਬਾਕੀ ਪਾਰਟੀਆਂ ਦੇ ਵਰਕਰ ਸਾਡੇ 'ਚ ਕਾਫੀ ਅਟਰੈਕਟ ਹੋ ਰਹੇ ਆ ਰਹੇ ਆ, ਤੇ ਉਸ ਦੇ ਕਾਰਨ ਕਰਕੇ ਵੀ ਇਹ ਸਟੇਟਮੈਂਟ ਸਾਨੂੰ ਆਪਣੇ ਸਮੇਂ ਦੇ ਹਿਸਾਬ ਨਾਲ ਨੁਕਸਾਨ ਦੇ ਸਕਦੀ ਹੈ ਕਿ ਉਹਨਾਂ ਲੋਕਾਂ ਨੂੰ ਲੱਗੇ ਕਿ ਸਾਡੀ ਤਾਂ ਸਪੇਸ ਨਹੀਂ ਹੋਣੀ ਜਦੋਂ ਅਕਾਲੀ ਦਲ ਨਾਲ ਸਮਝੌਤਾ ਹੋ ਜਾਏਗਾ। ਤੇ ਇਸ ਲਈ ਇਹ ਸਟੇਟਮੈਂਟਸ ਜਿਹੜੀਆਂ ਨੇ ਇਹ ਸਮੇਂ ਤੇ ਛੱਡ ਦਈਏ, ਇਹਨਾਂ ਦੇ ਜਲਦੀ ਕੋਈ। ਮੈਂ ਮਲੂਕਾ ਜੀ ਤੋਂ ਇੱਕ ਸਟੇਟਮੈਂਟ ਜ਼ਰੂਰ ਇੱਥੇ ਚਾਹੂੰਗਾ। ਮਲੂਕਾ ਜੀ, ਗਰੇਵਾਲ ਸਾਹਿਬ ਨੇ ਹਾਲਾਂਕਿ ਬਹੁਤ ਖੁੱਲ ਕੇ ਉਸ ਬਿਆਨ ਨੂੰ, ਉਸ ਦੇ ਉੱਪਰ ਟਿੱਪਣੀਆਂ ਨਹੀਂ ਕੀਤੀਆਂ, ਪਰ ਇੱਕ ਸਟੇਟਮੈਂਟ ਸੀ, ਉਹਨਾਂ ਨੇ ਕਿਹਾ ਕਿ ਜੋ ਇਕਬਾਲ ਸਿੰਘ ਲਾਲਪੁਰਾ ਜੀ ਬੋਲ ਰਹੇ ਨੇ ਤਾਂ ਇਹ ਪਾਰਟੀ ਦੇ ਅੰਦਰ ਚਰਚਾਵਾਂ, ਕਿਉਂਕਿ ਬਹੁਤ ਇੱਕ ਵੱਡੀ ਬਾਡੀ ਦੇ ਮੈਂਬਰ ਨੇ, ਸਭ ਤੋਂ ਹਾਈਐਸਟ ਬਾਡੀ ਜਿਹੜੀ ਬੀਜੇਪੀ ਦੀ ਹੈ ਉਸ ਦੇ ਮੈਂਬਰ ਨੇ, ਤਾਂ ਉਹ ਪਾਰਟੀ ਦੇ ਅੰਦਰ ਗੱਲਾਂ ਹੋਣਗੀਆਂ, ਇਸ ਕਰਕੇ ਉਹ ਰਿਸਪੌਂਸਿਬਲੀ ਰਿਐਕਟ ਕਰ ਰਹੇ ਨੇ, ਬੋਲ ਰਹੇ ਨੇ। ਮੈਂ ਉਸੇ ਸਟੇਟਮੈਂਟ ਤੇ ਆ ਰਿਹਾ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਜਿਹੜੇ ਜਮਾਤਾਂ ਭਾਈਚਾਰਕ ਸਾਂਝ ਦੇ ਖਿਲਾਫ ਆ, ਅਸੀਂ ਉਹਨਾਂ ਦੇ ਨਾਲ ਨਹੀਂ ਜਾ ਸਕਦੇ। ਨਹੀਂ, ਵੇਖੋ, ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਦੋਨਾਂ ਪਾਰਟੀਆਂ ਦਾ ਸਮਝੌਤਾ ਤਾਂ ਹੋਏਗਾ ਜੇ ਦੋਨਾਂ ਦੀ ਅੰਦਰੋਂ ਮਨ ਦੀ ਗੱਲ ਮਿਲਦੀ ਹੋਏਗੀ, ਨਹੀਂ ਤਾਂ ਨਹੀਂ ਹੋਏਗਾ। ਜੇ ਬੀਜੇਪੀ ਨਹੀਂ ਚਾਹੇਗੀ ਨਹੀਂ ਹੋਏਗਾ, ਜੇ ਅਕਾਲੀ ਦਲ ਵੀ ਚਾਹੇਗਾ ਤੇ ਨਹੀਂ ਹੋਏਗਾ। ਇਹ ਹਮੇਸ਼ਾ ਤਾੜੀ ਇੱਕ ਹੱਥ ਨਾਲ ਕਦੇ ਵੱਜਦੀ ਨਹੀਂ, ਦੋਨਾਂ ਨੇ ਵੱਜਦੀ ਹੈ। ਇਸ ਕਰਕੇ ਇਹਦੇ ਤੇ ਆਪਾਂ ਅੱਜ ਹਲੇ, ਕਿਉਂਕਿ ਮੌਕਾ ਨਹੀਂ ਕੋਈ, ਹਲੇ ਨਾ ਕੋਈ ਏਜੰਡੇ ਤੇ ਗੱਲ ਹੈ, ਇਸ ਕਰਕੇ ਭਾਰਤੀ ਜਨਤਾ ਪਾਰਟੀ ਵਾਸਤੇ ਮੈਂ ਗਰੇਵਾਲ ਸਾਹਿਬ ਦਾ ਬਿਆਨ ਸੁਣਿਆ ਸੀ, ਬੜੇ ਸਤਿਕਾਰਯੋਗ ਨੇ, ਹਮੇਸ਼ਾ ਬੜੀ ਸਿਆਣੀ ਗੱਲ ਕਰਦੇ ਨੇ। ਉਹਨਾਂ ਨੂੰ ਰਾਈਟ ਹੈ ਕਿ ਆਪਣਾ ਇਕੱਲੇ ਚੋਣ ਲੜ ਕੇ ਜਿੱਤ ਹਾਰ ਤਾਂ ਚਲੋ ਲੋਕਾਂ ਦੇ ਹੱਥ ਹੈ। ਮੈਂ ਨਹੀਂ ਕਹਿੰਦਾ ਵੀ ਕੌਣ ਜਿੱਤੂ ਕੌਣ ਹਾਰੂ, ਇਹ ਤਾਂ ਸਮੇਂ ਦੇ ਨਾਲ ਫੈਸਲੇ ਹੋਣੇ ਆ, ਲੋਕਾਂ ਨੇ ਫੈਸਲੇ ਕਰਨੇ ਆ, ਪੰਜਾਬ ਦੇ ਨੇ, ਕਿਸੇ ਨੂੰ ਵੀ ਜਿਤਾ ਸਕਦੇ ਨੇ। ਤੇ ਹਰ ਪਾਰਟੀ ਨੂੰ ਰਾਈਟ ਹੈ ਆਪਣੀ ਪਾਰਟੀ ਦੀ ਤਾਕਤ ਵਧਾਉਣ ਦਾ, ਆਪਣੀ ਪਾਰਟੀ ਨੂੰ ਅੱਗੇ ਲਿਜਾਣ ਦਾ, ਇਹਦੇ ਤੇ ਕੋਈ ਦੋ ਰਿਆਂ ਨਹੀਂ ਕਿਸੇ ਦੀਆਂ ਵੀ।
ਭਾਰਤੀ ਜਨਤਾ ਪਾਰਟੀ ਨੂੰ ਵੀ ਇਖਤਿਆਰ ਆ ਆਪਣੀ ਤਾਕਤ ਨੂੰ ਅੱਗੇ ਵਧਾਉਣ ਦਾ, ਰਾਜ ਭਾਗ ਦਾ ਸੁਪਨਾ ਵੇਖਣ ਦਾ। ਕੋਈ ਡਰ ਨਹੀਂ ਹੈਗਾ ਇਸ ਗੱਲ ਦੇ ਵਿੱਚ। ਇਹ ਹਰੇਕ ਪਾਰਟੀ ਦੀਆਂ ਛਾਵਾਂ ਹੁੰਦੀਆਂ ਨੇ, ਕਿਸੇ ਨੂੰ ਤੇ ਕੋਈ ਗਿਲਾ ਵੀ ਨਹੀਂ ਕਰਨਾ ਚਾਹੀਦਾ ਮੇਰੀ ਸਮਝ ਦੇ ਮੁਤਾਬਕ। ਪਰ ਅਸੀਂ ਆਪਣੀ ਪਾਰਟੀ ਦਾ ਵਿੱਚ ਜੇ ਕੋਈ ਸਾਡੇ ਉੱਤੇ ਸ਼ਰਤਾਂ ਲਾਏਗਾ, ਜਿਵੇਂ ਲਾਲਪੁਰਾ ਜੀ ਝੂਠੇ ਦੋਸ਼ ਲਾਉਂਦੇ ਨੇ ਕਿ ਜੀ ਅਸੀਂ ਜਿਹੜੇ ਭਾਈਚਾਰਕ ਸਾਂਝ ਤੋੜਨ ਵਾਲੇ, ਅਸੀਂ ਭਾਈਚਾਰਕ ਸਾਂਝ ਤੋੜਨ ਵਾਲੇ ਕਦੋਂ ਦੇ ਹੋ ਗਏ? ਮੈਂ ਤਾਂ ਹੈਰਾਨ ਹੈ ਵੀ ਲਾਲਪੁਰਾ ਸਾਹਿਬ ਵਰਗੇ ਬੰਦੇ। ਗੱਲ ਤਾਂ ਉੱਥੇ ਹੀ ਹੈ ਵੀ ਪਹਿਲੀ ਗੱਲ ਤਾਂ ਲਾਲਪੁਰਾ ਸਾਹਿਬ ਨੂੰ 2 ਅਹੁਦੇ ਦੇਣੇ ਹੀ ਗਲਤ ਨੇ। ਭਾਰਤੀ ਜਨਤਾ ਪਾਰਟੀ ਦਾ ਵੀ ਮੈਂ ਸਮਝਦਾ ਵੀ ਇੱਥੇ ਗਲਤ ਹੈ ਗੱਲ। ਜਾਂ ਤਾਂ ਉਹਨਾਂ ਨੂੰ ਇਸ ਅਹੁਦੇ ਤੇ ਰੱਖਣ ਘੱਟ ਗਿਣਤੀ ਵਾਲੇ ਤੇ, ਕਿਉਂਕਿ ਇਹਦੇ ਤੇ ਸਾਰਿਆਂ ਦੀ ਨਿਗਾਹ ਸਾਂਝਾ ਅਹੁਦਾ ਹੈ ਸਾਰਿਆਂ ਦਾ। ਤੇ ਜਾਂ ਫਿਰ ਪਾਰਟੀ ਦੇ ਆਪਦੇ ਜਿਹੜੇ ਉਹਨਾਂ ਦੇ ਹੈਗੇ ਅਹੁਦੇਦਾਰ ਪਾਰਟੀ 'ਚ ਲਾਲਪੁਰਾ ਜੀ ਨੂੰ ਜੋ ਮਰਜ਼ੀ ਭਾਰਤੀ ਜਨਤਾ ਪਾਰਟੀ ਅਹੁਦਾ ਦੇਵੇ, ਕਿਸੇ ਨੂੰ ਕੋਈ ਗਿਲਾ ਨਹੀਂ ਹੈਗਾ। ਜਿੱਦੇ ਮਰਜ਼ੀ ਉਹਦੇ ਤੇ ਬਿਠਾਉਣ, ਉਹ ਉਹਨਾਂ ਦੀ ਮਰਜ਼ੀ ਹੈ, ਉਹਨਾਂ ਨੇ ਦੇਣੇ ਨੇ। ਪਰ ਚੇਅਰਮੈਨ ਤੇ ਉਹ ਦੋਨੇ ਪੋਲੀਟੀਕਲ ਅਹੁਦੇ ਇਹ ਜੱਜਦੇ ਨਹੀਂ ਹੈਗੇ। ਇਹ ਗੱਲਾਂ ਦੋਨੇ ਨਹੀਂ ਜੱਜਦੀਆਂ ਹੈਗੀਆਂ ਵੀ ਲਾਲਪੁਰਾ ਜੀ ਇਹ ਦੋਨੇ ਗੱਲਾਂ ਚਲਾਉਣ, ਘੱਟ ਗਿਣਤੀ ਕਮਿਸ਼ਨ ਦੇ ਉਹਦੇ ਤੇ ਬੈਠਣ, ਜਿਹੜਾ ਇਨਸਾਫ ਦੇਣਾ ਜਿੱਥੇ ਘੱਟ ਗਿਣਤੀਆਂ ਨੂੰ, ਤੇ ਨਾਲ ਉਹ ਪਾਰਟੀ ਦੀ ਪੋਲਿਟਿਕਸ ਦੀਆਂ ਗੱਲਾਂ ਵੀ ਕਰਨ। ਇਹ ਦੋ ਚੀਜ਼ਾਂ ਮਲੂਕਾ ਤੁਹਾਨੂੰ ਲੱਗਦਾ ਕਿ ਇਹ ਪੋਜੀਸ਼ਨ ਦੇ ਉੱਤੇ ਰਹਿੰਦੇ ਹੋਏ ਕੋਈ ਹੋਰ ਵੱਡਾ ਅਹੁਦਾ ਪਾਰਟੀ ਦੇ ਅੰਦਰ ਹੋਵੇ? ਪਹਿਲਾਂ ਇਸ ਤੋਂ ਨਹੀਂ ਹੋਇਆ ਇਸ ਤਰੀਕੇ ਨਾਲ? ਨਹੀਂ ਹੋਇਆ, ਕਦੇ ਵੀ ਨਹੀਂ ਹੋਇਆ। ਚਲੋ ਮੈਂ ਇੱਕ ਦੋ ਉਹਨਾਂ ਦੀ ਹੋਰ ਸਟੇਟਮੈਂਟਸ ਨੇ, ਉਹਨਾਂ ਦੇ ਉੱਤੇ ਸਵਾਲ ਲੈਣੇ ਆ, ਪਰ ਇਸ ਦੇ ਉੱਤੇ ਇੱਕ ਛੋਟਾ ਜਿਹਾ ਰਿਐਕਸ਼ਨ ਪਹਿਲਾਂ ਗਰੇਵਾਲ ਸਾਹਿਬ ਦਾ ਜ਼ਰੂਰ ਲੈਣਾ। ਗਰੇਵਾਲ ਸਾਹਿਬ ਰਿਐਕਟ ਪਲੀਜ਼ ਕਰ ਦਿਓ, ਕਿਉਂਕਿ ਇਹ ਲਗਾਤਾਰ ਜਦੋਂ ਐਸਜੀਪੀਸੀ ਪ੍ਰਧਾਨ ਦੀ ਚੋਣ ਸੀ ਉਸ ਸਮੇਂ ਵੀ ਅਕਾਲੀ ਦਲ ਕਹਿ ਰਿਹਾ ਸੀ ਕਿ ਇੱਕ ਅਹੁਦੇ ਦੇ ਉੱਤੇ ਬੈਠਾ ਹੋਇਆ, ਸੰਵਿਧਾਨਿਕ ਅਹੁਦੇ ਦੇ ਉੱਤੇ ਬੈਠਾ ਹੋਇਆ ਜਿਹੜਾ ਵਿਅਕਤੀ ਹੈ ਉਹ ਕਿਸ ਤਰੀਕੇ ਨਾਲ ਰਿਐਕਟ ਕਰ ਰਿਹਾ ਹੈ ਜਾਂ ਪੋਲੀਟੀਕਲ ਰਿਐਕਟ ਕਰ ਰਿਹਾ ਹੈ। ਦੇਖੋ, ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਇਹ ਸਾਡੀ ਲੀਡਰਸ਼ਿਪ ਦਾ ਫੈਸਲਾ। ਇਹ ਕੋਈ ਲਾਲਪੁਰਾ ਜੀ ਆਪਦੇ ਆਪ ਕੁਛ ਨਹੀਂ ਬਣੇ, ਨਾ ਆਪਦੇ ਆਪ ਸਾਡੀ ਪਾਰਟੀ 'ਚ ਕੋਈ ਲੈ ਸਕਦਾ, ਨਾ ਹੀ ਕੋਈ ਮੰਗ ਸਕਦਾ। ਇਹ ਲੀਡਰਸ਼ਿਪ ਨੇ ਉਹਨਾਂ ਦੀ ਕਾਬਲੀਅਤ ਦੇਖੀ ਹੋਣੀ ਆ, ਜਾਂ ਉਹਨਾਂ ਤੇ ਇੰਨਾ ਭਰੋਸਾ, ਇਹ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ। ਤਾਂ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਕਿ ਵੀ ਇਹ ਕਿਉਂਕਿ ਸਾਡੇ ਜੋ ਲੀਡਰਸ਼ਿਪ ਦੀ ਤਰਫੋਂ ਹੋ ਜਾਂਦਾ ਉਸ ਤੇ ਟਿੱਪਣੀਆਂ ਨਹੀਂ ਹੋਇਆ ਕਰਦੀਆਂ। ਉਹ ਇੰਨੇ ਯੋਗੇ ਸਮਝੇ ਗਏ ਆ ਉੱਪਰ ਲੀਡਰਸ਼ਿਪ ਨੇ, ਤੇ ਉਹਨਾਂ ਨੂੰ ਦਿੱਤਾ ਗਿਆ, ਤੇ ਉਹਨਾਂ ਦਾ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਚਲੋ ਮਲੂਕਾ ਜੀ, ਇੱਕ ਦੋ ਹੋਰ ਸਟੇਟਮੈਂਟਸ ਤੁਹਾਡੀਆਂ ਬਹੁਤ ਜ਼ਰੂਰੀ ਹੈ ਇੱਥੇ। ਜਿਸ ਤਰੀਕੇ ਨਾਲ ਇਕਬਾਲ ਸਿੰਘ ਲਾਲਪੁਰਾ ਜੀ ਬੋਲੇ ਨੇ, ਦੋ ਗੱਲਾਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਐਸਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਤੁਹਾਡੀ ਇੰਟਰਫੇਰੈਂਸ ਦੇ ਇਲਜ਼ਾਮ ਅਕਾਲੀ ਦਲ ਲਗਾ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਨ ਵਾਲਾ ਸੀ, ਪਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦਾ ਉਹਨਾਂ ਨੇ ਨਾਮ ਲਿਆ ਕਿ ਉਹਨਾਂ ਨੇ ਨਹੀਂ ਬਣਨ ਦਿੱਤਾ, ਤੇ ਕਿਹਾ ਕਿ ਦੋਵੇਂ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਵਿੱਚ ਸਿੱਖ ਹੋਣ ਠੀਕ ਨਹੀਂ ਹੋਏਗਾ। ਤੇ ਕਹਿੰਦੇ ਹੁਣ ਲੱਗ ਰਿਹਾ ਕਿ ਸ਼ਾਇਦ ਉਹਨਾਂ ਨੂੰ ਪੁਰਾਣੀ ਕੋਈ ਡਰ ਸੀ ਜਿਹੜਾ ਹੁਣ ਵੀ ਬੋਲ ਰਿਹਾ, ਤੇ ਮੈਂ ਕੋਈ ਕਿਸੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਉਹੀ ਡਰ ਹੈ ਕਿ ਹੁਣ ਬਾਰ-ਬਾਰ ਉਹ ਮੇਰਾ ਜ਼ਿਕਰ ਕਰਦੇ ਨੇ। ਗੌਰਵ ਜੀ, ਬੜੀ ਹੈਰਾਨੀ ਦੀ ਗੱਲ ਆ। ਲਾਲਪੁਰਾ ਜੀ ਪਹਿਲਾਂ ਐਸਐਸਪੀ ਰਹੇ ਨੇ ਕਪੂਰਥਲੇ ਤੇ, ਉਹਨਾਂ ਨੇ ਆਪ ਵੀ ਦੱਸਿਆ ਬਿਲਕੁਲ, ਤੇ ਹੁਣ ਉਹ ਸੰਵਿਧਾਨਕ ਅਹੁਦੇ ਤੇ ਬੈਠੇ ਨੇ, ਬੀਜੇਪੀ ਦੇ ਵੀ ਉੱਚੇ ਅਹੁਦਿਆਂ ਤੇ ਨੇ। ਮੈਂ ਹੈਰਾਨ ਆ ਵੀ ਸਾਡੇ ਕੋਲੇ ਕੀ ਅਸੀਂ ਰੋਕ ਦਈਏ ਵੀ ਕੌਣ ਪ੍ਰਧਾਨ ਬਣਨਾ ਬੀਜੇਪੀ ਦਾ, ਕੌਣ ਨਹੀਂ ਬਣਨਾ। ਇਹ ਕੰਮ ਭਾਰਤੀ ਜਨਤਾ ਪਾਰਟੀ ਦਾ, ਉਹਨੇ ਵੇਖਣਾ ਕਿ ਸਾਡੇ ਵਾਸਤੇ ਕੌਣ ਚੰਗਾ ਕੌਣ ਮਾੜਾ ਹੈ। ਨਹੀਂ, ਤੁਸੀਂ ਭਾਈਵਾਲ ਸੀ ਨਾ ਉਸ ਸਮੇਂ, ਉਹ ਕਹਿੰਦੇ ਕਿ ਭਾਈਵਾਲ ਸੀ, ਤੇ ਭਾਈਵਾਲਾਂ ਨੇ ਕਹਿਤਾ ਕਿ ਨਹੀਂ ਇਹ ਨਾ ਕਰੋ। ਨਹੀਂ, ਕਦੇ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਇਸ ਕੰਮ 'ਚ ਕਦੇ ਅਸੀਂ ਦਖਲ ਨਹੀਂ ਦਿੱਤਾ, ਨਾ ਉਹਨਾਂ ਨੇ ਦਖਲ ਸਾਡਾ ਕਦੇ ਮੰਨਿਆ, ਨਾ ਅਸੀਂ ਦਿੱਤਾ, ਨਾ ਅਸੀਂ ਦੇਣਾ ਕਦੇ, ਨਾ ਸਾਡੀ ਕੋਈ ਡਿਊਟੀ ਬਣਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅਹੁਦਿਆਂ 'ਚ ਕੋਈ ਸਾਡਾ ਦਖਲ। ਇਹ ਸਬਬ ਹੀ ਨਹੀਂ ਹੈਗਾ, ਇਹ ਬਿਲਕੁਲ ਹੀ ਉਹਦੀ ਗੱਲ ਹੀ, ਮੈਂ ਕਹਿੰਦਾ ਲਾਲਪੁਰਾ ਸਾਹਿਬ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਉਹਨਾਂ ਨੇ ਕੀਤੀ ਇਹ ਕਿ ਅਕਾਲੀ ਦਲ ਦੇ ਕਹਿਣ ਤੇ ਅਸੀਂ ਕਿਉਂ ਕਹਾਂਗੇ ਵੀ ਸਿੱਖ ਨਾ ਬਣੇ ਭਾਰਤੀ ਜਨਤਾ ਪਾਰਟੀ ਦਾ ਵੀ ਪ੍ਰਧਾਨ, ਕਿਉਂ ਨਾ ਅਸੀਂ ਕਿਉਂ ਕਹਾਂਗੇ ਵੀ ਸਿੱਖ ਨਾ ਪੰਜਾਬ ਇਕਾਈ ਦਾ ਨਹੀਂ, ਸਿੱਖ ਕਿਉਂ ਨਾ ਬਣੇ, ਸਿੱਖ ਕਿਉਂ ਨਾ ਬਣੇ। ਮਤਲਬ ਉਹ ਤਰਕ ਦੇ ਰਹੇ ਸੀ, ਤੁਸੀਂ ਸੁਣਿਆ ਹੋਣਾ ਉਹਨਾਂ ਦੇ ਤਰਕ ਤੋਂ ਸਮਝ ਆ ਰਿਹਾ ਸੀਗਾ ਕਿ ਗੌਰਵ ਜੀ ਜੇ ਸਿੱਖ ਪੰਜਾਬ 'ਚ ਨਹੀਂ ਬਣੂਗਾ ਹੋਰ ਕਿੱਥੇ ਬਣੂਗਾ ਫਿਰ ਜਾ ਕੇ। ਨਹੀਂ, ਉਹਨਾਂ ਦਾ ਤਰਕ ਇਹ ਸੀਗਾ ਕਿ ਕਿਹਾ ਗਿਆ ਕਿ ਦੋਵੇਂ ਪਾਰਟੀਆਂ ਜੋ ਇਸ ਸਮੇਂ ਗੱਠਜੋੜ ਦੇ ਵਿੱਚ ਨੇ, ਉਹਨਾਂ ਦੋਵਾਂ ਦੇ ਪ੍ਰਧਾਨ ਸਿੱਖ ਹੋਣਗੇ, ਤਾਂ ਜਿਹੜਾ ਹਿੰਦੂ ਵੋਟਰ ਹੈ। ਦੇਖੋ, ਭਾਰਤੀ ਜਨਤਾ ਪਾਰਟੀ ਨੇ ਗੱਠਜੋੜ ਹੈ, 20 ਪਾਰਟੀਆਂ ਨਾਲ ਅੱਗੇ ਹੋਰ ਵੀ ਗੱਠਜੋੜ ਰਿਹਾ ਭਾਰਤੀ ਜਨਤਾ ਪਾਰਟੀ ਜੀ, ਹਿੰਦੂ ਵੀ ਪ੍ਰਧਾਨ ਰਹੇ ਦੋਨੇ ਸੂਬਿਆਂ 'ਚ। ਨਹੀਂ, ਕਈ ਵਾਰ ਭਾਈਵਾਲਾਂ ਦੀ ਮੰਨਣੀ ਵੀ ਪੈਂਦੀ ਹੈ, ਤੁਸੀਂ ਜ਼ਿਆਦਾ ਜਾਣਦੇ। ਇਹ ਕੋਈ ਦਮ ਨਹੀਂ ਹੈ ਗੌਰਵ ਜੀ ਉਹਨਾਂ ਦੀ ਦਲੀਲ ਦੇ ਵਿੱਚ। ਇਹ ਤਾਂ ਐਵੇਂ ਝੂਠਾ ਜਿਹਾ ਬਿਆਨ ਲੱਗਦਾ ਮੈਨੂੰ, ਉਹਨਾਂ ਦਾ ਮੈਂ ਹਾਸ ਹੋ ਜਾਣਾ। ਮੈਨੂੰ ਨਹੀਂ ਲੱਗਦਾ ਵੀ ਲਾਲਪੁਰਾ ਸਾਹਿਬ ਨੂੰ ਕੋਈ ਪ੍ਰਧਾਨ ਬਣਾਉਂਦਾ ਸੀਗਾ ਪਾਰਟੀ ਦਾ, ਪਰ ਚਲੋ ਉਹ ਕਹਿੰਦੇ ਆ, ਮੈਂ ਉਹਦੇ 'ਚ ਕੋਈ ਮਾਰੀ ਕਿੰਤੂ ਪਰੰਤੂ ਵੀ ਨਹੀਂ ਕਰਦਾ। ਇਹ ਭਾਰਤੀ ਜਨਤਾ ਪਾਰਟੀ ਦਾ ਕੰਮ ਹੈ, ਕਿਹਨੂੰ ਬਣਾਉਣਾ ਨਹੀਂ ਬਣਾਉਣਾ ਸਾਡਾ ਨਹੀਂ ਹੈਗਾ ਕੋਈ ਏਜੰਡਾ ਵੀ ਭਾਰਤੀ ਜਨਤਾ ਪਾਰਟੀ ਕਿਹਨੂੰ ਕਮਾਂਡ ਸੰਭਾਉਂਦੀ ਆਪਦੀ, ਕਿਹੜਾ ਉਹਨਾਂ ਨੇ ਐਮਐਲਏ ਬਣਾਉਣਾ, ਕਿਹੜਾ ਐਮਪੀ ਬਣਾਉਣਾ, ਇਹ ਉਹਨਾਂ ਦੇ ਕੰਮ ਹੈ, ਸਾਡੇ ਨਹੀਂ। ਪਰ ਕਈ ਵਾਰੀ ਝੂਠ ਬੋਲਦੇ ਨੇ ਲਾਲਪੁਰਾ ਸਾਹਿਬ, ਮੈਨੂੰ ਦੁੱਖ ਹੈ ਇੰਨੇ ਉੱਚੇ ਅਹੁਦਿਆਂ ਤੇ ਬੈਠ ਕੇ ਜਿਹੜਾ ਕਹਿੰਦਾ ਮੈਂ ਸ਼੍ਰੋਮਣੀ ਕਮੇਟੀ 'ਚ ਦਖਲ ਨਹੀਂ ਦਿੱਤਾ। ਇਨਕੁਆਇਰੀ ਕਰਾਉਣ, ਸਾਡੇ ਕੋਲ ਸਬੂਤ ਹੈ, ਅਸੀਂ ਸਬੂਤ ਪੇਸ਼ ਕਰ ਦਾਂਗੇ ਵੀ ਦਖਲ ਦਿੱਤਾ, ਸਬੂਤ ਹੈ ਸਾਡੇ ਕੋਲ।
ਹਾਂ ਉਹ ਬਿਲਕੁਲ ਡਿਨਾਈ ਕਰ ਗਏ। ਉਹ ਕਹਿੰਦੇ ਇਨਫੈਕਟ ਬੀਜੇਪੀ ਕੋਈ ਦਖਲ ਨਹੀਂ ਦਿੰਦੀ ਹੈਗੀ, ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਕਿਸੇ ਇਲੈਕਸ਼ਨ 'ਚ ਜਾ ਕੇ ਨਹੀਂ ਦਖਲ ਦਿੰਦੇ। ਮਰਦਬਾਨ ਇਨਕੁਆਇਰੀ ਕਰਾਉਣ, ਹਾਈ ਕੋਰਟ ਦੇ ਜੱਜ ਤੋਂ ਅਸੀਂ ਸਾਬਤ ਕਰ ਦਿਆਂਗੇ, ਸਬੂਤ ਪੇਸ਼ ਕਰ ਦਿਆਂਗੇ। ਚਲੋ ਮੈਂ ਇੱਕ ਵਾਰੀ ਗੜਜੋੜ ਵਾਲੇ ਪੁਆਇੰਟ ਦੇ ਉੱਤੇ ਵਾਪਸ ਆਉਣਾ। ਮਲੂਕਾ ਜੀ, ਤੁਹਾਡੀ ਹੀ ਇੱਕ ਸਟੇਟਮੈਂਟ ਸੀ ਜਿਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਜੇ ਗੜਜੋੜ ਹੋ ਸਕਦਾ ਹੈ ਤਾਂ ਇੱਕ ਬੀਜੇਪੀ ਹੀ ਆਪਸ਼ਨ ਬਚਦੀ ਹੈ, ਹੋਰ ਕੋਈ ਨਹੀਂ। ਤਾਂ ਇਹ ਵੀ ਨਹੀਂ ਮੈਂ ਉਹਨੂੰ ਗੱਲ ਨੂੰ ਤੁਸੀਂ ਹੋਰ ਪਾਸੇ ਕਰ ਲਿਆ। ਮੈਂ ਉਹਦੇ ਇਹ ਗੱਲ ਕਹੀ ਸੀ, ਮੈਨੂੰ ਪ੍ਰੈਸ ਨੇ ਪੁੱਛਿਆ ਸੀ ਅਨੰਦਪੁਰ ਸਾਹਿਬ ਜੀ, ਇੱਕ ਛੋਟੀ ਟੀਵੀ ਨਹੀਂ ਸੀ, ਸਾਰੇ ਉੱਥੇ ਕੋਈ 10 ਟੀਵੀ ਬਿਲਕੁਲ ਮੀਡੀਆ ਵੀ ਸੀ, ਇਲੈਕਟ੍ਰੋਨਿਕ ਮੀਡੀਆ ਵੀ ਸੀਗਾ। ਮੈਨੂੰ ਉਹਨਾਂ ਨੇ ਪੁੱਛਿਆ ਸੀ, ਮੈਂ ਕਿਹਾ ਵੀ ਸਾਡੀ ਜਿਹੜਾ ਨੇੜਤਾ ਰਹੀ ਹੈ ਹੁਣ ਤੱਕ ਭਾਰਤੀ ਜਨਤਾ ਪਾਰਟੀ ਨਾਲ ਰਹੀ ਹੈ, ਅਸੀਂ ਇਕੱਠੇ ਚੱਲੇ ਆ ਬਹੁਤ ਚਿਰ। ਕਾਂਗਰਸ ਨਾਲ ਸਾਡੀ ਕਿਸੇ ਵਲੋਟ ਵੀ ਸਮਝੌਤਾ ਹੋ ਨਹੀਂ ਸਕਦਾ ਕਦੇ ਵੀ, ਤੇ ਨਾ ਆਪ ਨਾਲ ਸਾਡੀ ਨਹੀਂ ਮਿਲਦੀ ਕਿਸੇ ਲੋਟ ਵੀ। ਉਦੋਂ ਬਾਅਦ ਮੈਂ ਕਿਹਾ ਲੈ ਦੇ ਕੇ ਸਾਡੇ ਕੋਲ ਬੀਜੇਪੀ ਰਹਿ ਜਾਂਦੀ ਹੈ, ਨਹੀਂ ਹੁੰਦਾ ਤਾਂ ਮੈਂ ਕਿਹਾ ਫਿਰ ਸਾਡਾ ਬਹੁਜਨ ਨਾਲ ਚੱਲਦਾ ਹੀ ਹੈ, ਤੇ ਕਮਿਊਨਿਸਟ ਪਾਰਟੀਆਂ ਵੀ ਸਾਡੇ ਨਾਲ ਗੱਲਬਾਤ ਉਹਨਾਂ ਦੀ ਵੀ ਚੱਲਦੀ ਹੈ, ਉਹਨਾਂ ਵਾਸਤੇ ਵੀ ਸਾਡੇ ਦਰਵਾਜ਼ੇ ਖੁੱਲੇ ਨੇ। ਪਰ ਇਹ ਨਹੀਂ ਕਹਿੰਦਾ, ਮੈਂ ਅੱਜ ਵੀ ਕਹਿਣਾ, ਮੈਂ ਆਪਣੀ ਪਾਰਟੀ ਵੱਲੋਂ ਨਹੀਂ ਹੈਗਾ, ਮੈਂ ਆਪਣਾ ਅੱਜ ਵੀ ਕਹਿਣਾ ਇਸ ਗੱਲ ਨੂੰ ਕਿ ਅਕਾਲੀ ਦਲ ਦਾ ਤੇ ਬੀਜੇਪੀ ਦਾ ਵਧੀਆ ਸਮਝੌਤਾ ਜੇ ਪੰਜਾਬ ਸੀ ਤੇ ਇਹਨਾਂ ਦੋਨਾਂ ਲਈ ਵਧੀਆ ਸੀਗਾ। ਕਿਤੇ ਘਾਟਾ ਵਾਧਾ ਰਹਿ ਗਈਆਂ ਨਾ ਰਹਿ ਗਈਆਂ ਉਹ ਅੱਡ ਜਾਂਦੇ ਹੁੰਦੇ ਨੇ, ਬਾਅਦ ਚ ਅਸੀਂ ਐਵੇਂ ਇੱਕ ਦੂਜੇ ਤੇ ਟਿੱਪਣੀ ਕਰੀਏ। ਵਧੀਆ ਪੰਜਾਬ ਵਾਸਤੇ, ਦੇਸ਼ ਵਾਸਤੇ, ਭਾਈਚਾਰਕ ਸੋਚ ਵਾਸਤੇ ਜੇ ਵਧੀਆ ਸਮਝੌਤਾ ਤਾਂ ਇਹਨਾਂ ਦੋਨਾਂ ਪਾਰਟੀਆਂ ਦਾ ਸੀਗਾ। ਮੈਂ ਉਸ ਗੱਲ ਤੋਂ ਇਨਕਾਰ ਨਹੀਂ ਕਰਦਾ ਅੱਜ ਵੀ, ਐਵੇਂ ਮੈਂ ਕਹਾਂ ਕਿ ਜੇ ਹੁਣ ਸਾਡਾ ਨਹੀਂ ਹੈਗਾ ਤਾਂ ਮੈਂ ਉਸ ਗੱਲ ਤੋਂ ਇਨਕਾਰ ਕਰਾਂ ਨਹੀਂ। ਪਰ ਤੁਹਾਡੀ ਸਟੇਟਮੈਂਟ ਨੂੰ ਇਸ ਤਰੀਕੇ ਨਾਲ ਲਿਆ ਗਿਆ ਕਿ ਅਕਾਲੀ ਦਲ ਬੀਜੇਪੀ ਨੂੰ ਲੈ ਕੇ ਜਾਂ ਗੜਜੋੜ ਨੂੰ ਲੈ ਕੇ ਸੌਫਟ ਕਾਰਨਰ ਹੈ, ਪਰ ਬੀਜੇਪੀ ਦੇਖੋ ਬੜੀਆਂ ਕਲੀਅਰ ਸ਼ਬਦਾਂ ਦੇ ਵਿੱਚ ਲਾਈਨਾਂ ਬੋਲਦੀ ਹੈ ਉਹਨਾਂ ਦੇ ਆਗੂ ਕਿ ਅਸੀਂ ਨਹੀਂ ਕਰਨਾ ਸਮਝੌਤਾ ਜਾਂ ਸਾਡੀ ਕੋਈ ਮਨਸ਼ਾ ਨਹੀਂ ਹੈ। ਕੁਝ ਗੱਲਾਂ ਤਾਂ ਮੇਰਾ ਭਰਾ ਗਰੇਵਾਲ ਵੀ ਕਹਿ ਗਿਆ, ਉਹ ਗੱਲਾਂ ਦੇ ਵਿੱਚ ਮੈਂ ਦੱਸਦਾ ਸਾਨੂੰ ਨਹੀਂ ਕੋਈ ਏਜੰਡਾ ਹੈਗਾ ਜੀ। ਉਹ ਭਾਰਤੀ ਜਨਤਾ ਪਾਰਟੀ ਨੂੰ ਇਹ ਥੋੜੀ ਜਿਹੀ ਪ੍ਰੋਬਲਮ ਹਲੇ ਹੈਗੀ ਹੈ ਕਿ ਜੇ ਉਹ ਅੱਜ ਹੀ ਕਹਿ ਦਿੰਦੇ ਆ ਜਾਂ ਕਿਸੇ ਗੱਲ ਦੇ ਉੱਤੇ ਆ ਜਾਂਦੀ ਹੈ ਗੱਲ, ਮੈਂ ਨਹੀਂ ਕਹਿੰਦਾ ਕੋਈ ਗੱਲ ਚੱਲਦੀ ਹੈ ਨਹੀਂ ਚੱਲਦੀ, ਮੈਨੂੰ ਨਹੀਂ ਕੋਈ ਪਤਾ ਹੈਗਾ। ਮੈਂ ਵੀ ਕਹਿੰਦਾ ਮੈਨੂੰ ਕਿਸੇ ਗੱਲ ਦਾ ਪਤਾ ਚੱਲਦੀ ਹੈ ਨਹੀਂ ਚੱਲਦੀ, ਪਰ ਮੇਰੀ ਸਮਝ ਹਲੇ ਕੋਈ ਨਹੀਂ ਚੱਲਦੀ। ਜਿਹੜੀ ਗੱਲ ਆ ਉਹਨਾਂ ਨੂੰ ਵੀ ਇਹ ਹੈਗਾ ਕਿ ਜੇ ਇਹ ਗੱਲ ਚਲੀ ਜਾਂਦੀ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਹੋਏਗਾ ਤੇ ਫਿਰ ਬੀਜੇਪੀ 'ਚ ਕੋਈ ਬੰਦਾ ਜਾਏਗਾ ਹੀ ਨਹੀਂ, ਰੁਕ ਜਾਣਗੇ ਬੰਦੇ। ਅਗਲਾ ਕੱਲ ਹੋਣਾ ਤਾਂ ਇਕੱਠੇ ਹੀ ਹੈ, ਆਪਾਂ ਕੀ ਕਰਨਾ ਫਿਰ ਜਾ ਕੇ ਉੱਥੇ। ਇਸ ਕਰਕੇ ਉਹਨਾਂ ਨੂੰ ਇਹੀ ਕਹਿਣ 'ਚ ਫਾਇਦਾ ਕਿ ਅਸੀਂ ਹਲੇ ਨਹੀਂ ਕਰ ਰਹੇ, ਅਸੀਂ ਨਹੀਂ ਕਰ ਰਹੇ। ਗਰੇਵਾਲ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਗਰੇਵਾਲ ਸਾਹਿਬ ਇੱਕ ਹੋਰ ਸਟੇਟਮੈਂਟ ਜਿਹੜੀ ਤੁਸੀਂ ਉਸ ਦਾ ਵੀ ਜਵਾਬ ਦਿਓ ਕਿ ਲਾਲਪੁਰਾ ਜੀ ਦੀ ਸਟੇਟਮੈਂਟ ਨੂੰ ਧਿਆਨ ਨਾਲ ਸੁਣੀਏ ਤਾਂ ਉਸ ਦਾ ਮਤਲਬ ਇਹ ਨਿਕਲਦਾ ਹੈ ਕਿ ਅਕਾਲੀ ਦਲ ਤੋਂ ਕੋਈ ਪਰਹੇਜ਼ ਨਹੀਂ ਹੈ, ਬਾਦਲ ਪਰਿਵਾਰ ਤੋਂ ਪਰਹੇਜ਼ ਹੈ, ਕਿ ਇਹ ਸਮਝਿਆ ਜਾਵੇ। ਦੇਖੋ, ਬੜੇ ਬਾਦਲ ਸਾਹਿਬ ਦੀ ਬਹੁਤ ਰਿਸਪੈਕਟ ਹੈ, ਅਸੀਂ ਅੱਜ ਵੀ ਪਿਤਾ ਸਮਾਨ ਹੀ ਉਹਨਾਂ ਦੀ ਰਿਸਪੈਕਟ ਕਰਦੇ ਹਾਂ, ਔਰ ਉਹ ਰਾਜਨੀਤੀ ਦੀ ਇੱਕ ਯੂਨੀਵਰਸਿਟੀ ਨੇ ਆਪਣੇ ਆਪ 'ਚ, ਐਸੀ ਕੋਈ ਗੱਲ ਨਹੀਂ। ਦੂਜੀ ਗੱਲ ਇਹ ਆ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡੀ ਜਿਹੜੀ ਲੀਡਰਸ਼ਿਪ ਆ ਭਾਜਪਾ ਦੀ ਕੇਂਦਰੀ ਲੀਡਰਸ਼ਿਪ, ਉਹ ਬਹੁਤ ਮਜ਼ਬੂਤ ਆ। ਕਿਸੇ ਦੇ ਕਹਿਣ ਤੇ ਉਹ ਪ੍ਰਧਾਨ ਬਣਾਉਣ ਤੋਂ ਜਾਂ ਨਾ ਬਣਾਉਣ ਤੋਂ ਹਟਦੀ ਨਹੀਂ ਹੈ। ਉਹ ਸਟੇਟਮੈਂਟ ਨਾਲ ਮੈਂ ਵੀ ਸਹਿਮਤ ਨਹੀਂ ਹੈਗਾ। ਸਾਡੀ ਲੀਡਰਸ਼ਿਪ ਬਹੁਤ ਮਜ਼ਬੂਤ ਆ, ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕੀ ਕਰਨਾ, ਜਿਹਨੂੰ ਬਣਾਉਣਾ ਉਹ ਬਣਾ ਦੇਣਾ, ਜਿਹਨੂੰ ਹਟਾਉਣਾ ਉਹ ਹਟਾ ਦੇਣਾ। ਇਹ ਸਾਡੀ ਲੀਡਰਸ਼ਿਪ ਆਪਣੇ ਆਪ ਕਰਦੀ ਹੈ, ਕਿਸੇ ਦੇ ਕਹਿਣ ਤੇ ਨਹੀਂ ਕਰਦੀ। ਉਸ ਦਾ ਤਾਂ ਸਾਨੂੰ ਨਹੀਂ ਲੈਣਾ ਚਾਹੀਦਾ। ਦੂਸਰਾ, ਵੈਸੇ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਵੀ ਜੇ ਕਦੇ ਕੋਈ ਗੱਲ ਆਉਂਦੀ ਹੈ ਏਦਾਂ ਦੀ ਜੀ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਸਾਡੇ ਨਜ਼ਦੀਕ ਹੈਗਾ। ਬਾਕੀਆਂ ਨਾਲ ਤਾਂ ਨਾ ਅਸੀਂ ਕਾਂਗਰਸ ਨਾਲ ਜਾ ਸਕਦੇ ਹਾਂ, ਨਾ ਅਸੀਂ ਕਦੇ ਇਹਨਾਂ ਨਾਲ ਆਮ ਆਦਮੀ ਨਾਲ ਜਾ ਸਕਦੇ ਹਾਂ। ਇਹਨਾਂ ਨੇ ਤਾਂ ਪੰਜਾਬ ਦਾ ਬਹੁਤ ਬੜਾ ਨੁਕਸਾਨ ਕੀਤਾ ਤੇ ਇਸ ਲਈ ਅਸੀਂ ਇੱਕ ਦੂਜੇ ਦੇ ਨੇੜੇ ਆ। ਪਰ ਉਹਦਾ ਇਹ ਮਤਲਬ ਨਹੀਂ ਹੈ ਕਿ ਸਮਝੌਤਾ ਜ਼ਰੂਰੀ ਹੁੰਦਾ, ਤੇ ਉਹ ਅੱਗੇ ਸਮੇਂ ਦੀ ਗੱਲ ਆ, ਹਾਲਾਤ ਕਿੱਦਾਂ ਦੇ ਹੁੰਦੇ ਆ ਉਸ ਦੀ ਗੱਲ ਹੁੰਦੀ ਆ। ਪਰ ਸ਼੍ਰੋਮਣੀ ਅਕਾਲੀ ਦਲ, ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਕਿ ਕਾਂਗਰਸ ਵੀ ਦੇਸ਼ ਭਗਤ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਦੇਸ਼ ਭਗਤ ਹੈ, ਪਰ ਆਮ ਆਦਮੀ ਪਾਰਟੀ ਜਿਹੜੀ ਹੈ ਇਹਦੇ ਤੋਂ ਸੂਬੇ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਉਹਦੇ ਲਈ ਸਾਰਿਆਂ ਨੂੰ ਹੀ ਹਮਲਾ ਮਾਰਨਾ ਚਾਹੀਦਾ ਤਾਂ ਬਚੂਗਾ, ਨਹੀਂ ਤਾਂ ਇਹ ਲੋਕ ਜਿਹੜੇ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਹੁੰਦੇ ਜਾ ਰਹੇ ਅੱਗੇ ਕੋਈ ਰਾਜਨੀਤੀ ਜਾਂ ਕੁਝ ਰਹਿਣਾ ਹੀ ਨਹੀਂ। ਅਸੀਂ ਪਹਿਲਾਂ ਵੀ ਕਾਲਾ ਦੌਰ ਦੇਖਿਆ ਤੇ ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਵਿਚਾਰਧਾਰਕ ਤੌਰ ਤੇ ਸਾਡੇ ਨਜ਼ਦੀਕ ਆ। ਅਸੀਂ ਇੱਕ ਦੂਜੇ ਨਾਲ ਕੋਈ ਸਾਡਾ ਉਹ ਨਹੀਂ ਹੈ, ਮਨਮੁਟਾਵ ਨਹੀਂ ਹੈ। ਮੈਨੂੰ ਲੱਗ ਰਿਹਾ ਕਿ ਅੱਜ ਜਿਹੜੇ ਅਕਾਲੀ ਦਲ ਦੇ ਆਗੂ ਅਤੇ ਬੀਜੇਪੀ ਦੇ ਆਗੂ ਜਾਂ ਵਰਕਰ ਪੰਜਾਬ 'ਚ ਹੈਗੇ ਨੇ, ਉਹ ਬੈਠੇ ਸੁਣ ਰਹੇ ਹੋਣਗੇ ਇਸ ਚਰਚਾ ਨੂੰ, ਉਹ ਥੋੜਾ ਜਿਹਾ ਅੰਦਰੋਂ ਇਹ ਫੀਲ ਕਰ ਰਹੇ ਹੋਣਗੇ ਕਿ ਕੁਝ ਨਹੀਂ ਪਤਾ ਕਿਹੜੇ ਵੇਲੇ ਜਿਹੜਾ ਗਠਜੋੜ ਦੁਬਾਰਾ ਹੋ ਜਾਏ। ਮਲੂਕਾ ਜੀ, ਇੱਕ ਫਾਈਨਲ ਕੁਐਸਚਨ ਤੁਹਾਡੇ ਤੋਂ ਮੈਂ ਆ ਰਿਹਾ ਗਰੇਵਾਲ ਸਾਹਿਬ ਤੋਂ ਤੁਹਾਡੀ ਵੀ ਫਾਈਨਲ ਸਟੇਟਮੈਂਟ ਜ਼ਰੂਰ ਲਵਾਂਗਾ। ਮਲੂਕਾ ਜੀ, ਇੱਕ ਫਾਈਨਲ ਸਟੇਟਮੈਂਟ ਜ਼ਰੂਰ ਚਾਹੁੰਦਾ ਕਿਉਂਕਿ ਜਦੋਂ ਸਵਾਲ ਪੁੱਛਿਆ ਇਕਬਾਲ ਸਿੰਘ ਲਾਲਪੁਰਾ ਜੀ ਨੂੰ ਕਿ ਗਠਜੋੜ, ਤਾਂ ਉਹ ਕਹਿੰਦੇ ਅਕਾਲੀ ਦਲ ਤੋਂ ਵਾਲੇ ਤਾਂ ਸਾਡੇ ਨਾਲ ਨੇ ਆਲਰੇਡੀ। ਉਹਨਾਂ ਨੇ ਨਾਮ ਲਿਆ ਢੀਂਡਸਾ ਜੀ ਦਾ, ਨਾਮ ਲਿਆ ਉਹਨਾਂ ਨੇ ਸਿਰਸਾ ਸਾਹਿਬ ਦਾ। ਤਾਂ ਫਿਰ ਜਦੋਂ ਦੁਬਾਰਾ ਸਵਾਲ ਕੀਤਾ ਕਿ ਬਾਦਲ ਪਰਿਵਾਰ,
ਉੱਥੇ ਉਹ ਬਿਫਰ ਗਏ ਜਾਂ ਉੱਥੇ ਉਹਨਾਂ ਨੇ ਕੁਝ ਤੁਸੀਂ ਕਹਿ ਸਕਦੇ ਹੋ ਕਿ ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਆ ਕੇ ਗਠਜੋੜ ਨੂੰ ਲੈ ਕੇ ਜੋ ਗੱਲ ਕਹੀ, ਮਤਲਬ ਉਹਨਾਂ ਦਾ ਬਿਆਨ ਇਹ ਇਸ਼ਾਰਾ ਕਰਦਾ ਸੀ ਕਿ ਮਾਈਨਸ ਬਾਦਲ ਪਰਿਵਾਰ ਅਕਾਲੀ ਦਲ ਤੋਂ ਕੋਈ ਪਰਹੇਜ਼ ਸਾਨੂੰ ਨਹੀਂ ਹੈ। ਨਹੀਂ ਮੈਂ ਗੌਰਵ ਜੀ ਦੇਖੋ, ਮੈਂ ਪਹਿਲਾਂ ਜਿਹੜੀ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕਿਹਨੂੰ ਪ੍ਰਧਾਨ ਬਣਾਉਣਾ, ਕਿਹਦੇ ਨਾਲ ਸਮਝੌਤਾ ਕਰਨਾ, ਉਹਨਾਂ ਦਾ ਆਪਣਾ ਮਸਲਾ ਹੈ, ਜਿਵੇਂ ਮਰਜ਼ੀ ਕਰਨ, ਸਾਡਾ ਕੋਈ ਕਿਸੇ ਦਾ ਵੀ ਉਹਨਾਂ ਦੇ ਕੰਮ 'ਚ ਕੋਈ ਦਖਲ ਨਹੀਂ ਹੈਗਾ, ਨਾ ਕੋਈ ਦੇ ਸਕਦਾ। ਇਵੇਂ ਸਾਡੀ ਅਕਾਲੀ ਦਲ ਦੇ ਵਿੱਚ ਕੋਈ ਬੰਦਾ ਦਖਲ ਨਹੀਂ ਦੇ ਸਕਦਾ ਵੀ ਕੌਣ ਸਾਡਾ ਪ੍ਰਧਾਨ ਹੋਏਗਾ, ਕਿਵੇਂ ਕਰਨਾ, ਇਹ ਅਸੀਂ ਕਰਨਾ ਹੈ, ਅਸੀਂ ਦੇਖਣਾ ਹੈ। ਪਰ ਹੈ ਪੰਜਾਬ 'ਚ ਅਕਾਲੀ ਦਲ ਇੱਕੋ ਹੀ ਹੈ। ਲਾਲਪੁਰਾ ਜੀ ਗਲਤ ਕਹਿੰਦੇ ਨੇ, ਜੇ ਇਕੱਲੇ ਬੰਦੇ ਨੂੰ ਪ੍ਰਧਾਨ ਗਿਣਦੇ ਤਾਂ 20-25 ਅਕਾਲੀ ਦਲ ਨੇ, ਫਿਰ ਸਾਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਨੇ ਕਰ ਲੈਣ ਜੇ ਉਹਨਾਂ ਨੂੰ, ਅਸੀਂ ਕਿਸੇ ਨੂੰ ਰੋਕ ਥੋੜ੍ਹਾ ਸਕਦੇ ਹਾਂ। ਨਾਲ ਸਾਡੇ ਆਖੇ ਭਾਰਤੀ ਜਨਤਾ ਪਾਰਟੀ ਨੇ ਰੁਕਣਾ, ਪਰ ਅਕਾਲੀ ਦਲ ਤਾਂ ਇੱਕੋ ਹੀ ਹੈ, ਸਾਰਾ ਅਕਾਲੀ ਦਲ ਇੱਕੋ ਹੀ ਹੈ। ਇੱਕ ਪਾਸੇ ਇਕੱਲੇ 8-10 ਬੰਦੇ ਹੈਗੇ ਜਿਨ੍ਹਾਂ ਦੇ ਇਕੱਲਿਆਂ ਦੇ ਅਕਾਲੀ ਦਲ ਹੈ, ਉਹ ਚਲੋ ਕਿਸੇ ਨੂੰ ਆਪਾਂ ਕਿਹੜਾ ਰੋਕ ਸਕਦੇ ਅਕਾਲੀ ਦਲ ਬਣਾਉਣ ਤੋਂ। ਮੈਂ ਕਿਸੇ ਦੇ ਕੋਈ ਖਿਲਾਫ ਵੀ ਨਹੀਂ ਕਹਿੰਦਾ ਕਿਸੇ ਦੇ ਖਿਲਾਫ ਗੱਲ, ਪਰ ਅਕਾਲੀ ਦਲ ਇੱਕੋ ਹੀ ਹੈ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਜਿਹਦੇ ਨਾਲ ਸਾਰੀ ਜਥੇਬੰਦੀ ਚਾਲ ਵਾਂਗੂ ਖੜੀ ਹੈ। ਇਹ ਫੈਸਲਾ ਕੋਈ ਹੋਰ ਪਾਰਟੀ ਨਹੀਂ ਕਰੂਗੀ ਕਿ ਜੀ ਬਾਦਲ ਫੈਮਿਲੀ ਨੂੰ ਪਾਸੇ ਰੱਖ ਕੇ ਸਮਝੌਤਾ ਕਰਨਾ ਜਾਂ ਕੀ ਕਰਨਾ। ਸਮਝੌਤਾ ਹੋਏਗਾ ਤਾਂ ਅਕਾਲੀ ਦਲ ਨਾਲ ਹੋਏਗਾ, ਉਹਦੇ ਪ੍ਰਧਾਨ ਨਾਲ ਹੋਏਗਾ, ਨਹੀਂ ਹੋਏਗਾ ਤਾਂ ਨਹੀਂ ਹੋਏਗਾ, ਫਿਰ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਨਹੀਂ, ਫਿਰ ਜਿਹੜੀਆਂ ਸਟੇਟਮੈਂਟ ਦਿੱਤੀਆਂ ਜਾ ਰਹੀਆਂ ਨੇ, ਲੋਕਾਂ ਨੇ ਕਰਨੀਆਂ, ਵੋਟਾਂ ਲੋਕਾਂ ਨੇ ਪਾਉਣੀਆਂ, ਜਿਹੋ ਜਿਹਾ ਹਾਲਾਤ ਹੋਏਗੀ ਵੇਖੀ ਜਾਏਗੀ ਫਿਰ। ਨਹੀਂ, ਫਿਰ ਅਕਾਲੀ ਦਲ ਇਸ ਦੇ ਉੱਪਰ ਰਿਐਕਟ ਕਿਵੇਂ ਕਰੇਗਾ? ਮੈਂ ਤਾਂ ਬਾਰ-ਬਾਰ ਉਹੀ ਕਹਿ ਰਿਹਾ ਨਾ ਕਿ ਜਿਹੜੀ ਇਹ ਸਟੇਟਮੈਂਟ ਦੇ ਦਿੱਤੀ ਗਈ ਜਿਸ ਤਰੀਕੇ ਨਾਲ ਕਿ ਭਾਈਚਾਰਕ ਸਾਂਝ ਦੇ ਖਿਲਾਫ ਹੈ, ਮੈਂ ਤਾਂ ਉਸੇ ਸਟੇਟਮੈਂਟ ਤੇ ਬਾਰ-ਬਾਰ ਮੇਰੀ ਗੱਲ ਸੁਣੋ ਗੌਰਵ ਜੀ, ਮੈਂ ਫਿਰ ਉਹੀ ਗੱਲ ਕਹਿਣਾ ਕਿ ਜੇ ਸਮਝੌਤਾ ਹੋਣਾ ਹੋਇਆ ਜੀ, ਮੈਂ ਨਹੀਂ ਕਹਿੰਦਾ ਹੋਣਾ ਨਹੀਂ ਹੋਣਾ, ਮੈਨੂੰ ਨਹੀਂ ਪਤਾ ਵੀ ਹੋਣਾ ਕਿ ਨਹੀਂ ਹੋਣਾ, ਨਾ ਗਰੇਵਾਲ ਸਾਹਿਬ ਨੂੰ ਜਿਹਨਾਂ ਨੂੰ ਪਤਾ ਨਾ ਮੈਨੂੰ ਪਤਾ ਸੀ, ਇੱਕੋ ਜਿਹੇ ਦੋਨੇ, ਉਹ ਵੀ ਆਪਣੀ ਪਾਰਟੀ ਦੇ ਵਿੱਚ ਠੀਕ ਨੇ, ਮੈਂ ਵੀ ਆਪਣੀ ਠੀਕ ਹੈ, ਪਰ ਸਮਝੌਤਾ ਸਾਡੇ ਦੋਨਾਂ ਦੇ ਵੱਸ 'ਚ ਨਹੀਂ ਹੈਗਾ। ਮੈਂ ਐਵੇਂ ਕਹਾਂ ਤੁਹਾਨੂੰ, ਅਸੀਂ ਰਹਿ ਦੇ ਸਕਦੇ ਹਾਂ, ਜਿਵੇਂ ਉਹਨਾਂ ਨੇ ਆਪਦੇ ਮਨ ਦੀ ਦੇਤੀ, ਮੈਂ ਵੀ ਦੇਤੀ, ਵੀ ਦੋਨਾਂ ਦੇ ਵਾਸਤੇ ਚੰਗਾ ਜੇ ਹੋ ਜਾਂਦਾ, ਪੰਜਾਬ 'ਚ ਚੰਗਾ ਰਿਹਾ, ਅੱਗੇ ਉਹਨੂੰ ਵੀ ਚੰਗਾ ਹੋ ਸਕਦਾ। ਹੋਣਾ ਨਹੀਂ ਹੋਣਾ, ਸਮਝੌਤਾ ਹੋਣਾ ਦਿੱਲੀ ਦੀ ਹਾਈ ਕਮਾਂਡ ਨੇ, ਸਮਝੌਤਾ ਦਿੱਲੀ ਦੀ ਹਾਈ ਕਮਾਂਡ ਨੇ ਕਰਨਾ ਹੈ। ਜੇ ਉਹਨਾਂ ਦਾ ਮਨ ਹੋ ਜਾਊਗਾ ਕਰਨ ਦਾ ਤਾਂ 2 ਮਿੰਟ ਲੱਗਣਗੇ, ਹੋ ਜਾਊਗਾ। ਜੇ ਉਹਨਾਂ ਦਾ ਮਨ ਨਹੀਂ ਹੋਊਗਾ ਕਰਨ ਦਾ, ਅੱਡੋ-ਅੱਡੀ ਲੜਨਾ ਹੋਊਗਾ ਪਾਰਲੀਮੈਂਟ, ਵੀ ਪਾਰਲੀਮੈਂਟ ਦੇਖ ਲਈਏ, ਤੇ ਫਿਰ ਅੱਡੋ-ਅੱਡੀ ਲੜਨਗੇ। ਉੱਥੇ ਹੋਣਾ ਲਾਲਪੁਰਾ ਸਾਹਿਬ ਹੋਰਾਂ ਨੂੰ ਵਿਚਾਰਿਆਂ ਨੂੰ, ਮੈਨੂੰ ਨਹੀਂ ਲੱਗਦਾ ਵੀ ਕੋਈ ਪੁੱਛ ਕੇ ਸਮਝੌਤਾ ਕਰੇ। ਮਤਲਬ ਅਕਾਲੀ ਦਲ ਰੈਡੀ ਹੈ, ਤੁਸੀਂ ਕਹਿ ਰਹੇ ਹੋ ਦਿੱਲੀ ਵਾਲੇ ਚਾਹਣਗੇ ਤਾਂ 2 ਮਿੰਟ 'ਚ ਹੋ ਜਾਊਗਾ। ਅਕਾਲੀ ਜੇ ਸਮਝੌਤਾ ਕਰਨਾ ਤਾਂ ਦਿੱਲੀ ਨੇ ਕਰਨਾ ਨਾ, ਹੋਰ ਨਹੀਂ ਨਾ ਕਿਸੇ ਨੇ ਕਰਨਾ, ਤੇ ਅਕਾਲੀ ਦਲ ਨਾਲ ਸਮਝੌਤਾ ਹੋਏਗਾ ਭਾਰਤੀ ਜਨਤਾ ਪਾਰਟੀ ਦਾ। ਨਹੀਂ, ਦਿੱਲੀ ਵਾਲੇ ਜੇ ਓਕੇ ਕਰਨਗੇ, ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ 2 ਮਿੰਟ 'ਚ ਹੋ ਜਾਏਗਾ, ਦਿੱਲੀ ਵਾਲੇ ਨੇ ਓਕੇ ਕੀਤਾ ਤਾਂ ਅਕਾਲੀ ਦਲ ਤਿਆਰ ਨਹੀਂ। ਜੇ ਦੇਖੋ ਲਾਲਪੁਰਾ ਸਾਹਿਬ ਕਹਿੰਦੇ ਵੀ ਬਾਦਲ ਫੈਮਿਲੀ ਨੂੰ ਪਾਸੇ ਕਰਕੇ, ਮੈਂ ਉਸ ਗੱਲ ਤੇ ਇੱਕ ਗੱਲ ਕੀਤੀ ਸੀ ਜੀ। ਚਲੋ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਤਾਂ ਸਾਡੇ ਪਾਰਟੀ ਦੇ, ਨਹੀਂ ਮਲੂਕਾ ਜੀ ਸਿਆਸਤ ਤੁਸੀਂ ਵੱਧ ਜਾਣਦੇ ਹੋ, ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਇੱਥੇ ਕੁਝ ਵੀ ਬਿਨਾਂ ਗੱਲ ਤੋਂ ਨਹੀਂ ਹੁੰਦਾ, ਕਿ ਕੋਈ ਸਟੇਟਮੈਂਟ ਹੈ ਸਿਆਸਤ ਦੇ ਵਿੱਚ ਦਿੱਤੀ ਗਈ, ਕੋਈ ਕਿਸੇ ਦਾ ਬਿਆਨ ਆਇਆ, ਕੋਈ ਕਦਮ ਚੁੱਕਿਆ ਗਿਆ, ਸਭ ਕੁਝ ਪ੍ਰੀ ਪਲਾਨਡ ਦੇ ਤਰੀਕੇ ਨਾਲ ਸਿਆਸਤ 'ਚ ਹੁੰਦਾ ਹੈ। ਤਾਂ ਮੈਂ ਇਸ ਕਰਕੇ ਵਾਰ-ਵਾਰ ਇਸ ਸਟੇਟਮੈਂਟ ਦੇ ਉੱਤੇ ਆਇਆ ਜੋ ਅਕਾਲੀ ਦਲ ਨੂੰ ਲੈ ਕੇ, ਬਾਦਲ ਪਰਿਵਾਰ ਨੂੰ ਲੈ ਕੇ, ਜਾਂ ਫਿਰ ਜੋ ਭਾਈਚਾਰਕ ਸਾਂਝ ਨੂੰ ਲੈ ਕੇ ਬੀਜੇਪੀ ਦੇ ਇਸ ਵੱਡੇ ਆਗੂ ਦੇ ਵੱਲੋਂ ਕਿਹਾ ਗਿਆ। ਨਹੀਂ, ਮੈਂ ਹਲੇ ਵੇਖੋ, ਮੈਂ ਕੋਈ ਚਲੋ ਕਈ ਵਾਰੀ ਅਹੁਦੇ ਮਿਲ ਜਾਂਦੇ ਆ, ਅਹੁਦੇ ਮਿਲ ਜਾਂਦੇ ਆ ਕਈ ਵਾਰੀ, ਵੱਡੇ ਆਗੂ ਤਾਂ ਹੁਣ ਜਿਹੜੇ ਭਰਾ ਸਾਡੇ ਬੈਠੇ ਆ ਵਿੱਚ ਭਾਰਤੀ ਜਨਤਾ ਪਾਰਟੀ ਦੇ, ਤੁਸੀਂ ਗਰੇਵਾਲ ਸਾਹਿਬ ਵੀ ਲੈ ਲਓ, ਕਿੰਨੇ ਪੁਰਾਣੇ ਨੇ, ਕਿੰਨੇ ਸੀਨੀਅਰ ਨੇ, ਕਿੰਨੀ ਇਹਨਾਂ ਨੇ ਲੜਾਈ ਲੜੀ ਆ ਪਾਰਟੀ ਦੀ ਖਾਤਰ ਔਖੇ ਸਮੇਂ ਤੇ, ਕਿਹੜੀ ਗੱਲ ਆ ਇਹਨਾਂ ਨੇ ਜਿਹੜੀ ਕੀਤੀ ਨਹੀਂ ਹੈਗੀ। ਪਰ ਇਹ ਗੱਲਾਂ 'ਚ ਨਹੀਂ, ਇਹ ਪਾਰਟੀ ਦੀ ਮਰਜ਼ੀ, ਇਹਨਾਂ ਦੀ ਪਾਰਟੀ ਨੇ ਕੀ ਕਰਨਾ, ਬੀਜੇਪੀ ਨੇ ਕੀ ਨਹੀਂ ਕਰਨਾ, ਕੋਈ ਮੈਂ ਉਹਦੇ 'ਚ ਕਿੰਤੂ, ਮੇਰੀ ਕੋਈ ਡਿਊਟੀ ਹੈ, ਮੈਂ ਉਹਦੇ 'ਚ ਕਿੰਤੂ ਪਰੰਤੂ ਕਰਾਂ, ਉਹਨਾਂ ਨੇ ਕਿਹਨੂੰ ਬਣਾਉਣਾ ਹੈ, ਕਿਹਦੇ ਨਾਲ ਰਾਏ ਕਰਨੀ ਹੈ, ਇਹ ਉਹਨਾਂ ਦਾ ਕੰਮ। ਗਰੇਵਾਲ ਸਾਹਿਬ ਤੁਹਾਡਾ ਫਾਈਨਲ ਕਮੈਂਟ। ਇਹ ਹੁਣ ਗੱਲ ਫੇਰ ਗਠਜੋੜ ਦੇ ਉੱਤੇ ਇਸ ਕਰਕੇ ਵੀ ਆ ਗਈ ਹੈ, ਬੇਸ਼ੱਕ ਇਲੈਕਸ਼ਨ ਕੋਈ ਨੇੜੇ ਨਹੀਂ ਨੇ, ਪਰ ਜਦੋਂ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ ਕਿਸੇ ਆਗੂ ਦੇ ਵੱਲੋਂ ਤੇ ਕਿਹਾ ਜਾਂਦਾ ਹੈ ਕਿ ਉਸ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਤਾਂ ਹੁੰਦੀ ਹੈ। ਦੇਖੋ ਗੱਲ ਇਹ ਹੈ ਕਿ ਇਹ ਅੱਜ ਦੀ ਡੇਟ 'ਚ ਸਾਨੂੰ ਹਾਈ ਕਮਾਂਡ ਨੇ ਜੋ ਦੱਸਿਆ, ਮੈਂ ਉਹ ਦੱਸ ਸਕਦਾ ਕਿ ਬਈ ਕੋਈ ਸਮਝੌਤਾ ਅਸੀਂ ਨਹੀਂ ਕਰਨਾ, ਅਸੀਂ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਮਜ਼ਬੂਤ ਕਰਨਾ ਔਰ ਖੁਦ ਲੜਾਈ ਲੜਨੀ ਹੈ, ਔਰ ਖੁਦ ਪੰਜਾਬ ਦੇ ਵਿਕਾਸ ਲਈ ਜਿਹਨੇ ਆਉਣਾ ਕਮਲ ਦੀ ਛਾਇਆ ਹੇਠ ਆ ਜੇ, ਅਸੀਂ ਹੁਣ ਕਿਸੇ ਦੀ ਛਾਇਆ ਹੇਠ ਨਹੀਂ ਜਾਣਾ। ਇਹ ਹਾਈ ਕਮਾਂਡ ਨੇ ਸਾਨੂੰ ਦੱਸਿਆ, ਮੈਂ ਉਹੀ ਗੱਲ ਕਹਿ ਰਿਹਾ ਤੇ ਪੰਜਾਬ 'ਚ ਸਾਡੇ ਵਰਕਰਾਂ ਨੂੰ ਜਾ ਕੇ ਇੱਕ ਮੈਸੇਜ ਜਾਵੇ। ਔਰ ਅਜੇ ਕੋਈ ਸਮਝੌਤੇ ਦੀ ਕੋਈ ਗੱਲ ਨਹੀਂ ਹੈ, ਕੋਈ ਨਾ ਗੱਲ ਚੱਲੀ ਹੈ, ਨਾ ਕੋਈ ਸੰਭਾਵਨਾ। ਜਦੋਂ ਹੋਏਗੀ ਤਾਂ ਆਮ ਸਾਨੂੰ ਬੁਲਾਇਆ ਜਾਂਦਾ, ਕਹਿੰਦਾ ਗੱਲ ਕੀਤੀ ਜਾਂਦੀ ਹੈ, ਰਹਿ ਲਈ ਜਾਂਦੀ ਹੈ, ਸਭ ਦੀ ਐਸੀ ਗੱਲ ਨਹੀਂ। ਭਾਜਪਾ 'ਚ ਕੋਈ ਡਿਕਟੇਟਰਸ਼ਿਪ ਨਹੀਂ ਹੈ, ਇਹਦੇ 'ਚ ਦੇਖਣ ਨੂੰ ਚਾਹੇ ਕੋਈ ਕੁਛ ਕਹੀ ਜਾਵੇ, ਪਰ ਅਕਾਲੀ ਦਲ ਪਹਿਲਾਂ ਮਜ਼ਬੂਤ ਹੀ ਇੰਨਾ ਸੀ ਪੰਜਾਬ 'ਚ, ਅਸੀਂ 23 ਸੀਟਾਂ ਤੇ ਸੀਗੇ,
ਤਾਂ ਉਸ ਵੇਲੇ ਇਹਨਾਂ ਦੀ ਚੱਲਣੀ ਸੀ। ਤਾਂ ਉਹ ਇਹਨਾਂ ਨੂੰ ਲੱਗਦਾ ਸੀ ਵੀ ਹਾਈ ਕਮਾਂਡ ਫੈਸਲਾ ਕਰਦੀ ਆ। ਹਾਈ ਕਮਾਂਡ ਨੂੰ ਇਹ ਸੀ ਕਿ ਅਸੀਂ ਪੰਜਾਬ 'ਚ ਹੈ ਹੀ ਨਹੀਂ ਕੁਛ, ਜ਼ੀਰੋ ਹੈਗੇ, 23 ਸੀਟਾਂ ਵਾਲੇ। ਇਸ ਲਈ ਇਹ ਸਾਰਾ ਸੀ ਹਾਈ ਕਮਾਂਡ ਵੀ ਤਾਂ ਤਦ ਹੀ ਸਾਡੇ ਤੇ ਵਿਸ਼ਵਾਸ ਕਰੇਗੀ। ਹੁਣ ਬੜੇ ਵੱਡੇ ਚਿਹਰੇ ਸਾਡੇ 'ਚ ਆਏ ਆ, ਹੋਰ ਵੀ ਆਉਣਗੇ, ਔਰ ਬਹੁਤ ਸਾਰੀਆਂ ਅਲੱਗ-ਅਲੱਗ ਪਾਰਟੀਆਂ 'ਚੋਂ ਆ ਰਹੇ ਆ, ਤੇ ਅਸੀਂ ਆਉਣ ਵਾਲੇ ਟਾਈਮ 'ਚ ਪਾਰਟੀ ਨੂੰ ਮਜ਼ਬੂਤ ਕਰਾਂਗੇ ਔਰ ਤਕੜੇ ਹੋ ਕੇ ਲੜਾਂਗੇ। ਠੀਕ ਹੈ, ਚਲੋ ਆਪੋ ਆਪਣੇ ਦਾਅਵੇ ਨੇ ਸਭ ਦੇ। ਸ਼ੁਕਰੀਆ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ। ਮਲੂਕਾ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਸਾਡੇ ਨਾਲ ਇਸ ਚਰਚਾ ਦੇ ਵਿੱਚ ਸ਼ਾਮਲ ਹੋਏ ਨੇ। ਪਰ ਇਕਬਾਲ ਸਿੰਘ ਲਾਲਪੁਰਾ, ਇਹ ਪਹਿਲਾ ਮੌਕਾ ਸੀ ਜਦੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਇਕਬਾਲ ਸਿੰਘ ਲਾਲਪੁਰਾ ਦੇ ਨਾਮ ਦੀ ਚਰਚਾ ਹੋਈ ਤੇ ਫਿਰ ਉਹ ਆ ਕੇ ਮੀਡੀਆ ਦੇ ਨਾਲ ਗੱਲਬਾਤ ਇਸ ਤਰੀਕੇ ਨਾਲ ਟੀਵੀ ਤੇ ਇੰਟਰਵਿਊ ਦੇ ਰਹੇ ਹੋਣ, ਤੇ ਉਹਨਾਂ ਦੀਆਂ ਇੰਟਰਵਿਊਜ਼ ਦੇ ਵਿੱਚ ਦਿੱਤੀਆਂ ਗਈਆਂ ਸਟੇਟਮੈਂਟਸ ਖੂਬ ਚਰਚਾ ਦੇ ਵਿੱਚ ਨੇ, ਖਾਸ ਤੌਰ ਤੇ ਬਾਦਲ ਪਰਿਵਾਰ ਨੂੰ ਲੈ ਕੇ, ਜਿਵੇਂ ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ। ਖੈਰ ਦੇਖਣਾ ਹੋਵੇਗਾ ਕਿ ਅਕਾਲੀ ਦਲ ਹੋਰ ਅੱਗੇ ਕਿਵੇਂ ਰਿਐਕਟ ਕਰਦਾ। ਫਿਲਹਾਲ ਸਿਕੰਦਰ ਸਿੰਘ ਮਲੂਕਾ ਤਾਂ ਇਹ ਸਾਫ਼ ਕਰ ਗਏ ਕਿ ਗੜਜੋੜ ਨੂੰ ਲੈ ਕੇ ਫਿਲਹਾਲ ਕੋਈ ਗੱਲ ਨਹੀਂ, ਤੇ ਗੜਜੋੜ ਦੀ ਗੱਲ ਜਿਹੜੀ ਹੈ ਉਹ ਟਾਪ ਲੀਡਰਸ਼ਿਪ ਬੀਜੇਪੀ ਵਾਲੇ ਪਾਸੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੈਅ ਕਰ ਸਕਦੇ ਨੇ, ਤੇ ਇੱਧਰ ਵਾਲੇ ਪਾਸੇ ਤੋਂ ਸੁਖਬੀਰ ਸਿੰਘ ਬਾਦਲ। ਪਰ ਦੇਖਣਾ ਹੋਏਗਾ ਕਿ 2024 ਦੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਬੀਜੇਪੀ ਤੇ ਅਕਾਲੀ ਦਲ ਦਾ ਗੜਜੋੜ ਦੁਬਾਰਾ ਹੁੰਦਾ ਹੈ ਜਾਂ ਨਹੀਂ। ਜੇ ਹੋਇਆ ਤਾਂ ਫਿਰ ਉਹ ਸਮੀਕਰਨ ਕੀ ਹੋਣਗੇ। ਹੁਣ ਤੱਕ ਸਿਰਫ 3 ਸੀਟਾਂ ਦੇ ਉੱਤੇ, ਲੋਕ ਸਭਾ ਦੀਆਂ 3 ਸੀਟਾਂ ਦੇ ਉੱਤੇ ਬੀਜੇਪੀ ਲੜਦੀ ਹੈ, ਤਾਂ ਕਿ ਜੇਕਰ ਗੜਜੋੜ ਹੋਇਆ ਤਾਂ ਇਸ ਦੇ ਵਿੱਚ ਜਿਹੜੀਆਂ ਸੀਟਾਂ ਦੀ ਗਿਣਤੀ ਹੈ ਉਹ ਘਟਦੀ ਵੱਧਦੀ ਨਜ਼ਰ ਆ ਸਕਦੀ ਹੈ ਜੇਕਰ ਗੜਜੋੜ ਹੋਇਆ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ। ਵੱਡੀਆਂ ਖਬਰਾਂ ਦੇ ਉੱਤੇ, ਪੰਜਾਬ ਦੇ ਵਿੱਚ ਜੋ ਹੋ ਰਹੀਆਂ ਡਿਵੈਲਪਮੈਂਟਸ ਨੇ ਉਹਨਾਂ ਦੇ ਉੱਤੇ ਲਗਾਤਾਰ ਸਾਡੀ ਨਜ਼ਰ ਬਣੀ ਹੋਈ ਹੈ।